ਆਪਣੇ ਲੀਡਰਾਂ ਦੀ ਗਦਾਰੀ ਕਾਰਨ ਅਸੀਂ ਆਪਣਾ ਵੱਖਰਾ ਦੇਸ਼ ਨਹੀਂ ਲੈ ਸਕੇ। ਇਹ ਆਜ਼ਾਦੀ ਕੋਈ ਮਹਾਤਮਾ ਗਾਂਧੀ ਦੇ ਬੱਕਰੀ ਜਾਂ ਚਰਖੇ ਨਾਲ ਨਹੀਂ ਮਿਲੀ। ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਇਹਨਾਂ ਸੂਰਮਿਆਂ ਦੇ ਖੂਨ ਡੁੱਲਣ ਨਾਲ ਮਿਲੀ ਹੈ। ਲੈਣ ਵਾਸਤੇ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ। ਇਹ ਉਦੋਂ ਤੋਂ ਹੀ ਪਾਲਿਸੀ ਦੇ ਅਧੀਨ ਇਹਨਾਂ ਨੇ ਪੰਜਾਬੀਆਂ ਨਾਲ, ਸਿੱਖਾਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਸੰਤ ਜਰਨੈਲ ਸਿੰਘ ਨੂੰ ਅੱਤਵਾਦੀ ਕਹਿੰਦੇ ਨੇ। ਆ ਕਈ ਸ਼ਿਵ ਸੈਨਾ ਵਾਲੇ ਰੌਲਾ ਪਾਈ ਜਾਂਦੇ ਆ ਵੀ ਸੰਤਾਂ ਦੀਆਂ ਫੋਟੋਆਂ ਨਹੀਂ ਲੱਗਣ ਦੇਣੀਆਂ। ਸੰਤਾਂ ਦੀਆਂ ਫੋਟੋਆਂ ਤਾਂ ਸਾਡੇ ਦਿਲ 'ਚ ਵਸਦੀਆਂ ਨੇ, ਕਿੱਥੋਂ ਕਿੱਥੋਂ ਤੁਸੀਂ ਉਤਾਰੋਗੇ। ਸੰਤਾਂ ਨੇ ਤਾਂ ਗੁਰਦਾਸਪੁਰ ਦੀ ਜੇਲ੍ਹ 'ਚ ਮੰਦਿਰ ਬਣਾਇਆ। ਜੇ ਹਿੰਦੂਆਂ ਦੇ ਵਿਰੋਧੀ ਹੁੰਦੇ ਮੰਦਿਰ ਕਿਉਂ ਬਣਾਉਂਦੇ? ਜਦੋਂ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਦੀ ਗ੍ਰਿਫਤਾਰੀ ਹੋਈ ਹੈ, ਸੰਤਾਂ ਨੇ ਕਪੂਰਥਲੇ ਰਮਾਇਣ ਨੂੰ ਅੱਗ ਲੱਗ ਗਈ, 5000 ਰੁਪਈਆ ਕੋਲੋਂ ਦੇ ਕੇ ਕੇਸ ਲੜਿਆ ਰਮਾਇਣ ਦਾ। ਇੰਨਾ ਸਤਿਕਾਰ ਕਰਦੇ ਸੀ। ਜਿਵੇਂ RSS ਦਾ ਮੋਹਨ ਭਾਗਵਤ ਹੈ, ਨਾਅਰਾ ਲਾਉਂਦਾ ਵੀ ਹਿੰਦੂ ਰਾਸ਼ਟਰ ਬਣਾ ਦਾਂਗੇ, ਕੋਈ ਕੇਸ ਦਰਜ ਨਹੀਂ ਉਹਦੇ ਤੇ। ਜੇ ਕੋਈ ਸਿੱਖ ਖਾਲਸਾ ਰਾਜ ਦਾ ਨਾਅਰਾ ਲਾ ਦਿੰਦਾ ਤਾਂ ਸਿੱਖ ਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕਰ ਲੈਂਦੇ ਨੇ। ਔਰੰਗਜ਼ੇਬ ਆਇਆ, ਉਸ ਤੋਂ ਬਾਅਦ ਜ਼ਕਰੀਆ ਖਾਨ ਆਇਆ, ਫਿਰ ਮੀਰ ਮੰਨੂ ਆਇਆ। ਉਹ ਜ਼ਾਲਮ ਹਕੂਮਤਾਂ ਰਹੀਆਂ ਨਹੀਂ। ਮੋਦੀ ਕਿਹੜੇ ਵਾਗ ਦੀ ਮੂਲੀ ਹੈ? ਜਿਹੜਾ ਮੁੰਡਾ ਸਿੱਧੂ ਮੂਸੇਵਾਲਾ, ਮੁੰਡਾ ਦੇਖੋ ਖੇਤੀ ਵੀ ਕਰਦਾ ਹੈ। ਅਸੀਂ ਉਹਦੇ ਗਾਣਿਆਂ ਲਈ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ, ਪਰ ਕਈ ਗੱਲਾਂ 'ਚ ਉਹ ਬੜਾ ਚੰਗਾ ਹੈ। ਜ਼ਮੀਨ ਨਾਲ ਜੁੜਿਆ ਹੋਇਆ ਹੈ। ਉਹ ਕਿਸੇ ਧਰਨੇ 'ਚ ਵਗ ਗਿਆ ਮਾਨਸਾ, ਉੱਥੇ ਸਾਹਮਣੇ ਉਹਦੀ ਇਨਸਲਟ ਉਹਦੇ ਕੀਤੀ ਗਈ। ਕੀ ਇਹ ਚੰਗੀ ਗੱਲ ਹੈ? ਅਸੀਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਾਂਗੇ, ਚਾਹੇ ਤੁਹਾਡਾ ਕੋਈ ਦੁਸ਼ਮਣ ਹੈ, ਜਿਹੜਾ ਵੀ ਆਉਂਦਾ ਉਹਨੂੰ ਐਪਰੀਸ਼ੀਏਟ ਕਰੋ, ਉਹਨੂੰ ਵੈਲਕਮ ਕਹੋ। ਫਾਰ ਐਗਜ਼ਾਮਪਲ ਹੁਣ ਗੁਰਦਾਸ ਮਾਨ ਹੈ, ਕਿੰਨਾ ਪੰਜਾਬ ਦੇ ਲੋਕਾਂ ਨੇ ਉਹਨੂੰ ਮਾਣ ਦਿੱਤਾ। ਉਹਦੀ ਜੀਭ ਕਿਉਂ ਬੰਦ ਹੋ ਗਈ? ਉਹਦੀ ਜ਼ੁਬਾਨ ਕਿਉਂ ਬੰਦ ਹੋ ਗਈ? ਇੱਕ ਸ਼ਬਦ ਨਹੀਂ ਬੋਲਿਆ। ਹੁਣ ਗੁਰਦਾਸ ਮਾਨ ਜਿਹੜਾ ਹੈ, ਇੱਕ ਸ਼ਬਦ ਨਹੀਂ ਬੋਲਿਆ। ਹੁਣ ਦੂਜੇ ਪਾਸੇ ਦਲੇਰ ਮਹਿੰਦੀ ਹੈ, ਉਹਨੂੰ ਕਿੰਨਾ ਮਾਣ ਦਿੱਤਾ। ਉਹ ਇਹ ਬਿਲਾਂ ਦੀ ਪ੍ਰੋੜਤਾ ਕਰਦਾ ਕਿ ਮੈਂ ਤਾਂ ਜੀ, ਉਹ ਕਿਉਂਕਿ ਮੋਦੀ ਤੋਂ ਟਿਕਟ ਭਾਲਦਾ। ਚਾਪਲੂਸੀ ਦੀ ਵੀ ਕੋਈ ਹੱਦ ਹੁੰਦੀ ਹੈ। ਇਹ ਪੰਜਾਬ ਦੇ ਲੋਕ ਨਾ ਕਹਿੰਦੇ ਨੇ ਫਲਾਣਾ ਮਾਨ ਜੀ, ਉਹ ਮਾਨ। ਇੱਕ ਬੇਨਤੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ, ਤੁਸੀਂ ਇਹਨਾਂ ਨਚਾਰਾਂ ਨੂੰ ਆਪਣੇ ਮਾਨ ਨਾ ਬਣਾਓ। ਜਸਟ ਸਿੰਗਰ ਨੇ ਇਹ। ਸਾਡਾ ਮਾਨ ਸ਼ਹੀਦ ਕਰਤਾਰ ਸਿੰਘ ਸਰਾਭਾ, ਸਾਡਾ ਮਾਨ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ। ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਦੇ ਅੱਗੇ ਝੁਕੇਗੀ? 70% ਮੋਦੀ ਜਿਹੜਾ ਹੈ ਵਾਪਸ ਨਹੀਂ ਲਵੇਗਾ ਬਿੱਲ। ਜੇ ਐਡਾ ਸੂਰਮਾ ਸੀ, ਜੇ ਉਹਨੇ ਆਰਡੀਨੈਂਸ ਵਾਪਸ ਲੈਣੇ ਹੁੰਦੇ ਤਾਂ ਕਿਸਾਨਾਂ ਨਾਲ ਮੀਟਿੰਗ ਆਪ ਕਰਦਾ। ਉਹਨੇ ਕਿਸਾਨਾਂ ਨੂੰ ਸੱਦ ਕੇ ਜਲੀਲ ਕੀਤਾ। ਦਿੱਲੀ ਪੰਜਾਬ ਦੇ ਵਿੱਚ ਅੱਗ ਲਾ ਕੇ ਆਪ ਖੁੱਡੇ 'ਚ ਲੁਕਿਆ ਬੈਠਾ। ਕਿ ਬਹੁਤ ਸਾਰੇ ਬਾਬੇ ਹਥਿਆਰ ਚਲੋ ਰੱਖ ਲੈਂਦੇ ਆ, ਪਰ ਗਨਮੈਨ ਕਿਉਂ ਰੱਖਦੇ ਆ ਨਾਲ? ਜ਼ਰੂਰੀ ਹੋ ਜਾਂਦੇ ਆ ਉਹਨਾਂ ਨੂੰ। ਜਿਹੜੀ ਫੌਜ ਸੀ ਮਹਾਰਾਜ ਨਾਲ, ਕਿੰਨੇ ਗਨਮੈਨ ਸੀ, ਸਾਰੇ ਬਾਡੀਗਾਰਡ ਸੀਗੇ। ਛੇਵੇਂ ਪਾਤਸ਼ਾਹ ਨੇ 52 ਬਾਡੀਗਾਰਡ ਤਾਂ ਐਸੇ ਰੱਖੇ ਜਿਵੇਂ ਹੁਣ ਕਮਾਂਡੋ ਦੱਸਦੇ ਨੇਗੇ। ਕੀ ਲੱਗਦਾ ਹੈ ਕਿ ਜੇਕਰ ਮੋਦੀ ਨਾ ਚੁੱਕਿਆ, ਇਸ ਕਾਲੇ ਕਾਨੂੰਨ ਨੂੰ ਵਾਪਸ ਨਾ ਲਿਆ ਗਿਆ, ਤਾਂ ਫਿਰ ਕਿਸਾਨਾਂ ਦੀ ਰਣਨੀਤੀ ਕੀ ਹੋਵੇਗੀ? ਤੁਹਾਡਾ ਕੀ ਸੋਚਣਾ ਹੈ ਕਿ ਕਿਸਾਨ ਕੀ ਕਰਨ? ਫਿਰ ਅਸੀਂ ਕਿਸਾਨਾਂ ਨੂੰ ਇਹ ਕਹਿਣੇ ਆ ਵੀ ਇਹਨਾਂ ਲੁਟੇਰਿਆਂ ਅੱਗੇ ਹੱਥ ਅੱਡਣ ਦੀ ਬਜਾਏ 2022 'ਚ ਕਿਸਾਨ ਜਥੇਬੰਦੀਆਂ 31 ਨੇ ਨਾ। ਜੇ ਤੁਸੀਂ 2-2 ਬੰਦੇ ਵੀ ਆਪਣੇ ਖੜੇ ਕਰ ਲਓਗੇ ਤਾਂ ਤੁਸੀਂ ਸਰਕਾਰ ਬਣਾ ਲਓਗੇ। ਤੁਸੀਂ ਆਪ ਚੋਣਾਂ ਕਿਉਂ ਨਹੀਂ ਲੜਦੇ? ਕਿਸਾਨਾਂ ਨੂੰ ਤਾਂ ਸਾਡੀ ਬੇਨਤੀ ਹੈ ਵੀ ਤੁਸੀਂ ਆਪ ਪੋਲੀਟੀਕਲ ਪਾਵਰ ਹਾਸਲ ਕਰੋ, ਆਪ ਚੋਣਾਂ ਲੜੋ। ਸਾਡੀ ਤਾਂ ਇਹ ਬੇਨਤੀ ਆ ਕਿਸਾਨਾਂ ਨੂੰ। ਕਿ ਇੱਕ ਹਾਲ ਹੀ ਦੀ ਘੜੀ ਵਿੱਚ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇੱਕ ਬਾਬਾ ਗੁਰਮੇਲ ਸਿੰਘ ਹੈ ਜੋ ਪੈਸੇ ਡਬਲ ਕਰਕੇ ਦਿੰਦਾ ਹੈ। ਗੱਲ ਇਹ ਹੈ ਜੀ, ਅਸੀਂ ਸੁਣਿਆਗਾ, ਅਸੀਂ ਪਹਿਲਾਂ ਨਹੀਂ ਸੀ ਜਾਣਦੇ। ਗ੍ਰੰਥੀ ਗੁਰਮੇਲ ਸਿੰਘ ਹੈ। ਇਹ ਬਿਲਕੁਲ ਗਲਤ ਗੱਲ ਹੈ। ਤੁਸੀਂ ਅਖੰਡ ਪਾਠ ਜਿਹੜਾ ਸੰਗਤ ਸ਼ਰਧਾ ਨਾਲ ਕਰਾਉਂਦੀ ਹੈ, ਜੇ ਤੁਸੀਂ ਅਖੰਡ ਪਾਠਾਂ ਦੇ ਨਾਂ ਤੇ ਇਦਾਂ ਦਾ ਬਿਜ਼ਨਸ ਸ਼ੁਰੂ ਕਰ ਲਓਗੇ, ਸੰਗਤਾਂ ਦੀ ਤਾਂ ਸ਼ਰਧਾ ਹੀ ਟੁੱਟ ਜੂ ਅਖੰਡ ਪਾਠਾਂ ਤੋਂ। ਅਸੀਂ ਆਪਣੇ ਆਪ ਨੂੰ ਸਾਰੇ ਬਾਬਿਆਂ ਨਾਲੋਂ ਮਾੜਾ ਮੰਨਦੇ ਹਾਂ। ਸਾਡੇ 'ਚ ਕੋਈ ਕੁਆਲਿਟੀ ਨਹੀਂ। ਆਈ ਐਮ ਨਥਿੰਗ। ਜੇ ਕੋਈ ਕਰੂਗਾ ਤੇ ਭਰੂਗਾ। ਜੱਟਾ ਸੁੱਤੀ ਧਰਤ ਹਲਾਵੇ, ਹਲ ਤੇਰੀ ਦਾ ਫਾਲਾ, ਹਾੜ ਦੀ ਗਰਮੀ ਸਿਰ ਤੇ ਚੱਲੇ, ਚੱਲੇ ਪੌਦਾ ਪਾਲਾ। ਮੁੜਕਾ ਡੋਲ ਕੇ ਤੂੰ ਹਰੇ ਕਰਦਾ, ਬੰਜਰ ਤੇ ਵੈਰਾਨ, ਜੈ ਜਵਾਨ ਜੈ ਕਿਸਾਨ।
ਅੱਜ ਸਾਡੇ ਪੰਜਾਬ ਦੇ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ ਤੇ ਹਰ ਕੋਈ ਕਿਸਾਨਾਂ ਦਾ ਸਾਥ ਵੀ ਦੇ ਰਿਹਾ ਹੈ ਕਿਉਂਕਿ ਖੇਤੀ ਬਿੱਲਾਂ ਦਾ ਜੋ ਕਿ ਕਾਨੂੰਨ ਬਣ ਚੁੱਕਾ ਹੈ। ਸੋ ਇਸ ਕਾਨੂੰਨ ਦਾ ਜਿਹੜਾ ਅੱਜ ਇਸ ਕਾਲੇ ਕਾਨੂੰਨ ਦਾ ਹਰ ਕੋਈ ਵਿਰੋਧ ਕਰ ਰਿਹਾ ਹੈ। ਵਾਰ-ਵਾਰ ਕਿਸਾਨ ਜਥੇਬੰਦੀਆਂ ਧਰਨੇ ਪ੍ਰਦਰਸ਼ਨ ਵੀ ਦੇ ਰਹੀਆਂ ਨੇ। ਸਾਡਾ ਪੂਰਾ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਉਹ ਅੰਨਦਾਤਾ ਅੱਜ ਸੜਕਾਂ ਤੇ ਉਤਰਨ ਦੇ ਲਈ ਮਜਬੂਰ ਹੈ ਤੇ ਕਈ ਇਸ ਧਰਨੇ ਦੇ ਵਿੱਚ ਆਪਣੀ ਜਾਨ ਵੀ ਗਵਾ ਚੁੱਕੇ ਨੇ। ਸੋ ਇਸੇ ਹੀ ਕਿਸਾਨੀ ਮੁੱਦੇ ਦੇ ਉੱਤੇ ਬੇਬਾਕੀ ਦੇ ਨਾਲ ਗੱਲ ਕਰਨ ਦੇ ਲਈ ਅੱਜ ਸਾਡੇ ਵਿਹੜੇ ਪਹੁੰਚੇ ਹੋਏ ਨੇ ਬਾਬਾ ਸੁਰਜੀਤ ਸਿੰਘ ਜੀ ਘਨੁੜਕੀ ਵਾਲੇ ਤੇ ਉਹਨਾਂ ਨੇ ਇਸ ਮੁੱਦੇ ਤੇ ਵੀ ਗੱਲ ਕਰਨੀ ਹੈ। ਕੁਝ ਸਵਾਲ ਜਵਾਬ ਹੋਰ ਵੀ ਨੇ, ਉਹ ਵੀ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਸੋ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ, ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ, ਅੱਜ ਕਿਸਾਨ ਸੜਕਾਂ ਤੇ ਉਤਰਨ ਦੇ ਲਈ ਮਜਬੂਰ ਹੋ ਗਏ ਨੇ। ਪਹਿਲਾਂ ਹੀ ਕਿਸਾਨਾਂ ਦੇ ਜੇਕਰ ਗੱਲ ਕੀਤੀ ਜਾਵੇ ਬਹੁਤ ਸਾਰਾ ਕਰਜ਼ਾ ਹੁੰਦਾ ਹੈ, ਪਹਿਲਾਂ ਹੀ ਆਤਮ ਹੱਤਿਆ ਦੇ ਰਾਹ ਤੇ ਤੁਰਿਆ ਹੋਇਆ ਸੀ ਤੇ ਅੱਜ ਸਾਡੇ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਮਰਨ ਦੇ ਲਈ ਮਜਬੂਰ ਕੀਤਾ ਹੈ ਕੇਂਦਰ ਸਰਕਾਰ ਨੇ। ਹਾਂਜੀ, ਕੇਂਦਰ ਸਰਕਾਰ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈਗਾ। ਇਹ ਅੱਜ ਤੋਂ ਹੀ ਨਹੀਂ ਜੀ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਇਹਨਾਂ ਨੇ ਪੰਜਾਬੀਆਂ ਨੂੰ ਤਬਾਹ ਕਰਨ ਦੀ ਕੋਈ ਕਸਰ ਨਹੀਂ ਛੱਡੀ। ਇਹ ਸਾਡੇ ਆਪਣੇ ਲੀਡਰਾਂ ਦੀ ਗਦਾਰੀ ਕਾਰਨ ਅਸੀਂ ਆਪਣਾ ਵੱਖਰਾ ਦੇਸ਼ ਨਹੀਂ ਲੈ ਸਕੇ। ਇਹ 1947 ਤੋਂ ਪਹਿਲਾਂ ਦਾ, ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਦਾ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਚੱਲੇ ਆ ਰਿਹਾ ਹੈ ਸੱਚ ਨੂੰ ਦੱਬਣ ਦੀ ਕੋਸ਼ਿਸ਼। ਗੁਰੂ ਨਾਨਕ ਤੋਂ ਵੀ ਇਹ ਸੰਸਾਰ ਦੇ ਲੋਕਾਂ ਨੇ ਚੱਕੀਆਂ ਪਿਹਾਈਆਂ, ਪਰ ਜਿਨ੍ਹਾਂ ਨੇ ਚੱਕੀਆਂ ਪਿਹਾਈਆਂ ਉਹਨਾਂ ਨੂੰ ਮਾਫੀਆਂ ਮੰਗਣੀਆਂ ਪਈਆਂ। ਇਹ ਅੱਜ ਤੋਂ ਹੀ ਨਹੀਂ ਚੱਲਿਆ ਆ ਰਿਹਾ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚੱਲਿਆ ਆ ਰਿਹਾ। ਗੁਰੂ ਸਾਹਿਬ ਨੇ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਤੀਜੈ ਕਾਨ ਨਾ ਕੀਜੈ। 1947 ਤੋਂ ਪਹਿਲਾਂ 93% ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਦੀ ਆਜ਼ਾਦੀ ਲਈ। ਇਹ ਆਜ਼ਾਦੀ ਕੋਈ ਮਹਾਤਮਾ ਗਾਂਧੀ ਦੇ ਬੱਕਰੀ ਜਾਂ ਚਰਖੇ ਨਾਲ ਨਹੀਂ ਮਿਲੀ। ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਇਹਨਾਂ ਸੂਰਮਿਆਂ ਦੇ ਖੂਨ ਡੁੱਲਣ ਨਾਲ ਮਿਲੀ ਹੈ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲਹਿੰਦੇ ਜਾ, ਤਸਵੀਰ ਬਦਲਦੀ ਕੌਮਾਂ ਦੀ। ਉਹਨਾਂ ਸਮਿਆਂ ਦੇ ਵਿੱਚ ਸਾਡੇ ਸਿੱਖ ਲੀਡਰ ਸੀ, ਜਿਵੇਂ ਤੁਸੀਂ ਮਾਸਟਰ ਤਾਰਾ ਸਿੰਘ ਦਾ ਨਾਂ ਸੁਣਿਆ ਹੋਣਾ। ਮਾਸਟਰ ਤਾਰਾ ਸਿੰਘ ਹੋ ਗਿਆ, ਇੱਕ ਬਲਦੇਵ ਸਿੰਘ ਹੋ ਗਿਆ। ਜਦੋਂ 1947 ਦਾ ਸਮਾਂ ਆਇਆ, 1947 ਵਿੱਚ ਜਿਹੜਾ ਅੰਗਰੇਜ਼ ਸੀ ਨਾ, ਉਹ ਸਿੱਖਾਂ ਨੂੰ ਆਪਣਾ ਵੱਖਰਾ ਦੇਸ਼ ਦੇਣਾ ਚਾਹੁੰਦੇ ਸੀ। ਉਸ ਤੋਂ ਪਹਿਲਾਂ ਡਾਕਟਰ ਅੰਬੇਦਕਰ ਸਾਹਿਬ ਆਪਣੀ ਬਰਾਦਰੀ ਦੇ 7.5 ਕਰੋੜ ਬੰਦਿਆਂ ਨੂੰ ਲੈ ਕੇ ਸਿੱਖ ਧਰਮ ਅਪਣਾਉਣਾ ਚਾਹੁੰਦਾ ਸੀ। ਬੜਾ ਪੜ੍ਹਿਆ ਲਿਖਿਆ ਬੰਦਾ ਸੀ ਡਾਕਟਰ ਬਾਬਾ ਸਾਹਿਬ, ਡਾਕਟਰ ਅੰਬੇਦਕਰ। ਪਰ ਇਹਨਾਂ ਲੀਡਰਾਂ ਨੂੰ ਫਿਕਰ ਪੈ ਗਿਆ ਵੀ ਜੇ ਇੰਨਾ ਪੜ੍ਹਿਆ ਲਿਖਿਆ ਬੰਦਾ ਸਾਡੇ 'ਚ ਇਨਵੋਲਵ ਹੋ ਗਿਆ, ਸਾਡੀ ਕੁਰਸੀ ਨੂੰ ਖਤਰਾ ਨਾ ਕਿਤੇ ਪੈਦਾ ਹੋ ਜੇ। ਉਸ ਤੋਂ ਬਾਅਦ 1947 ਦੇ ਵਿੱਚ ਜਦੋਂ ਇਹ ਐਲਾਨ ਹੋ ਗਿਆ, ਅੰਗਰੇਜ਼ਾਂ ਨੇ ਸੋਚ ਲਿਆ ਵੀ ਹੁਣ ਅਸੀਂ ਰਹਿ ਨਹੀਂ ਸਕਦੇ, ਇੰਡੀਆ ਛੱਡ ਕੇ ਸਾਨੂੰ ਜਾਣਾ ਪੈਣਾ ਹੈ। ਤਾਂ ਮਾਊਂਟਬੈਟਨ ਨੇ ਮਾਸਟਰ ਤਾਰਾ ਸਿੰਘ ਨੂੰ, ਬਲਦੇਵ ਸਿੰਘ ਹੋਰਾਂ ਨੂੰ ਬੁਲਾਇਆ ਕਿ ਮੁਸਲਮਾਨਾਂ ਨੇ ਆਪਣਾ ਵੱਖਰਾ ਦੇਸ਼ ਲੈਣ ਵਾਸਤੇ ਹਾਂ ਕਰ ਦਿੱਤੀ ਆ। ਮਿਸਟਰ ਜਨਾਹ ਸੀ ਜਿਹੜਾ ਮੁਸਲਮਾਨਾਂ ਦਾ, ਜਿਹਨੇ ਪਾਕਿਸਤਾਨ ਲਿਆ। ਹੀ ਵਾਜ਼ ਵੈਰੀ ਪੰਕਚੁਅਲ, ਹੀ ਵਾਜ਼ ਵੈਰੀ ਇੰਟੈਲੀਜੈਂਟ, ਬਹੁਤ ਇੰਟੈਲੀਜੈਂਟ ਸੀ। ਉਸ ਮਿਸਟਰ ਜਨਾਹ ਨੇ ਇਹਨਾਂ ਨੂੰ ਕਿਹਾ ਵੀ ਮਾਸਟਰ ਤਾਰਾ ਸਿੰਘ ਨੂੰ ਵੀ ਘੱਟ ਗਿਣਤੀ ਕੌਮਾਂ ਵੱਧ ਗਿਣਤੀਆਂ ਦਾ ਗੁਲਾਮ ਹੋ ਕੇ ਰਹਿ ਜਾਂਦੀਆਂ ਨੇ, ਤੁਸੀਂ ਆਪਣਾ ਵੱਖਰਾ ਮੁਲਕ ਲੈ ਲਓ, ਖਾਲਸਾ ਰਾਜ ਮਿਲਦਾ ਲੈ ਲਓ। ਅੰਗਰੇਜ਼ ਦੇਣ ਨੂੰ ਤਿਆਰ ਨੇ। ਅੰਗਰੇਜ਼ ਡਿਕਲੇਅਰ ਕਰ ਚੁੱਕੇ ਸੀ ਵੀ ਅਸੀਂ ਛੱਡ ਕੇ ਚੱਲੇ ਹਾਂ, ਹਿੰਦੂਆਂ ਲਈ ਹਿੰਦੁਸਤਾਨ ਤੇ ਸਿੱਖਾਂ ਲਈ ਖਾਲਿਸਤਾਨ। ਪਰ ਉਹ ਸਮੇਂ 'ਤੇ ਜਿਹੜਾ ਨਹਿਰੂ ਸੀਗਾ, ਇਹ ਬੜਾ ਕਲੈਵਰ ਮਾਈਂਡ ਸੀ। ਇਹਨੇ ਐਸੀ ਪੁੱਠੀ ਪੱਟੀ ਪੜ੍ਹਾਈ ਤਾਰਾ ਸਿੰਘ ਨੂੰ ਤੇ ਬਲਦੇਵ ਸਿੰਘ ਨੂੰ ਵੀ ਆਪਣਾ 9 ਮਾਸ ਦਾ ਰਿਸ਼ਤਾ ਹੈ, ਆਪਾਂ ਇਕੱਠੇ ਰਹਾਂਗੇ। ਬਸ ਉਹਨਾਂ ਤੋਂ ਐਲਾਨ ਕਰਾਤਾ ਵੀ ਅਸੀਂ ਤਾਂ ਤੁਹਾਡੇ ਨਾਲ ਰਹਿਣਾ, ਹਿੰਦੁਸਤਾਨ 'ਚ ਰਹਿਣਾ। ਉਸ ਤੋਂ ਬਾਅਦ ਅਜੇ ਦੇਸ਼ ਆਜ਼ਾਦ ਹੋਏ ਨੂੰ 2 ਮਹੀਨੇ ਹੋਏ ਸੀ ਜਦੋਂ ਸਿੱਖਾਂ 'ਤੇ ਸਟੈਂਪ ਲੱਗ ਗਈ ਜਰੈਮ ਪੇਸ਼ਾ ਕੌਮ ਦੀ। ਹਰਿਮੰਦਰ ਸਾਹਿਬ 'ਤੇ ਪਹਿਲਾ ਅਟੈਕ 1955 'ਚ ਹੋਇਆ ਸੀਗਾ। ਇਹ ਬਦਨਾਮ ਕਰਦੇ ਨੇ ਵੀ ਸੰਤ ਜਰਨੈਲ ਸਿੰਘ ਹਥਿਆਰ ਲੈ ਕੇ ਬਹਿ ਗਏ ਤਾਂ 1984 'ਚ ਅਟੈਕ ਹੋਇਆ ਹੈ।
1955 'ਚ ਕਿਹੜੇ ਸੰਤ ਜਰਨੈਲ ਸਿੰਘ ਸੀ? ਉਦੋਂ ਪਹਿਲਾ ਹਮਲਾ ਹੋਇਆ, ਸਿੱਖਾਂ ਨੂੰ ਜਰਾਇਮ ਪੇਸ਼ਾ ਕਹਿ ਦਿੱਤਾ ਗਿਆ। ਪੰਜਾਬੀ ਸੂਬਾ ਲੈਣ ਵਾਸਤੇ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ। ਇਹ ਉਦੋਂ ਤੋਂ ਹੀ ਪਾਲਿਸੀ ਦੇ ਅਧੀਨ ਇਹਨਾਂ ਨੇ ਪੰਜਾਬੀਆਂ ਨਾਲ, ਸਿੱਖਾਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ, ਕੇਂਦਰ ਸਰਕਾਰ ਨੇ ਨਕਲੀ, ਨਿਰੰਕਾਰੀਏ, ਪਖੰਡੀ ਗੁਰੂਆਂ ਨੂੰ ਸ਼ਹਿ ਦਿੱਤੀ ਸਿੱਖੀ ਨੂੰ ਢਾਹ ਲਾਉਣ ਵਾਸਤੇ। ਨਕਲੀ ਨਿਰੰਕਾਰੀਆ ਸੀ ਗੁਰਬਚਨਾ, ਉਹਨੇ 5 ਪਿਆਰੇ ਗੁਰੂ ਸਾਹਿਬ ਨੇ ਸਾਜੇ, ਉਹ ਕਹਿੰਦਾ ਮੈਂ 7 ਸਿਤਾਰੇ ਬਣਾਊਂਗਾ। 13 ਸਿੱਖ ਸ਼ਹੀਦ ਹੋਏ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਜਦੋਂ ਇਨਸਾਫ ਮਿਲਦਾ ਨਾ ਦਿਖਿਆ, ਉਹਨਾਂ ਨੂੰ ਹਥਿਆਰ ਚੱਕਣੇ ਪਏ। ਸਾਡਾ ਦਮਦਮੀ ਟਕਸਾਲ ਨਾਲ ਸੰਬੰਧ ਹੈ। ਸੰਤ ਬਾਬਾ ਜਰਨੈਲ ਸਿੰਘ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦੇ ਸੀ, ਬੜੀਆਂ ਉਦਾਹਰਨਾਂ ਨੇ। ਜਦੋਂ ਕੋਈ ਹੀਲਾ ਵਸੀਲਾ ਨਾ ਰਹੇ ਨਾ ਗੱਲਬਾਤ ਦਾ, ਫਿਰ ਸਾਡੇ ਗੁਰੂ ਦਾ ਹੁਕਮ ਹੈ, ਚੂੰ ਕਰ ਅਜਾ ਹਮ ਹੀਲ ਤੇ ਦਰਗੁਜਸਤ, ਹਲਾਲ ਅਸਤ ਬੁਰਦਨਬਾਜ਼ ਸ਼ਮਸ਼ੀਰੇ ਦਸਤ। ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਕਿਹਾ ਸੀ ਵੀ ਹੁਣ ਮੇਰੇ ਕੋਲੇ ਹੋਰ ਕੋਈ ਹੀਲਾ ਨਹੀਂ ਹਥਿਆਰ ਚੱਕਣ ਤੋਂ ਸਿਵਾ। ਆਪਣੀ ਪ੍ਰੋਟੈਕਸ਼ਨ ਲਈ, ਸਵੈ ਰੱਖਿਆ ਲਈ, ਧਰਮ ਦੀ ਰੱਖਿਆ ਲਈ ਸ਼ਾਸਤਰ ਚੁੱਕਣਾ ਜਾਇਜ਼ ਹੈ। ਸੰਤ ਜਰਨੈਲ ਸਿੰਘ ਨੂੰ ਅੱਤਵਾਦੀ ਕਹਿੰਦੇ ਨੇ। ਆ ਕਈ ਸ਼ਿਵ ਸੈਨਾ ਵਾਲੇ ਰੌਲਾ ਪਾਈ ਜਾਂਦੇ ਆ ਵੀ ਸੰਤਾਂ ਦੀਆਂ ਫੋਟੋਆਂ ਨਹੀਂ ਲੱਗਣ ਦੇਣੀਆਂ। ਸੰਤਾਂ ਦੀਆਂ ਫੋਟੋਆਂ ਤਾਂ ਸਾਡੇ ਦਿਲ 'ਚ ਵਸਦੀਆਂ ਨੇ, ਕਿੱਥੋਂ ਕਿੱਥੋਂ ਤੁਸੀਂ ਉਤਾਰੋਗੇ? ਕੀ ਰਾਮਚੰਦਰ ਨੇ ਜ਼ੁਲਮ ਦੇ ਖਿਲਾਫ ਹਥਿਆਰ ਨਹੀਂ ਚੁੱਕੇ? ਫਿਰ ਰਾਮਚੰਦਰ ਜੀ ਵੀ ਅੱਤਵਾਦੀ ਹੋ ਗਏ। ਕੀ ਕ੍ਰਿਸ਼ਨ ਭਗਵਾਨ ਨੇ ਜ਼ੁਲਮ ਦੇ ਖਿਲਾਫ ਸੁਦਰਸ਼ਨ ਚੱਕਰ ਨਹੀਂ ਚੁੱਕਿਆ? ਕੀ ਕ੍ਰਿਸ਼ਨ ਜੀ ਵੀ ਅੱਤਵਾਦੀ ਨੇ? ਸੰਤ ਜਰਨੈਲ ਸਿੰਘ ਨੂੰ ਜਦੋਂ ਅਦਾਲਤਾਂ ਤੋਂ ਉਹ ਨਕਲੀ ਨਿਰੰਕਾਰੀਆ ਗੁਰਬਚਨਾ ਬਰੀ ਕਰ ਦਿੱਤਾ, ਉਹਦੇ ਚੇਲੇ ਚੜਾਉਣ ਲੱਗ ਗਏ ਵੀ ਸੋਡਾ ਗੁਰੂ 652 ਲੈ ਕੇ ਆਇਆ ਸੀ, ਸਾਡੇ ਵਾਲਾ 60 ਲੈ ਕੇ ਆਇਆ ਜੇਲ੍ਹ 'ਚੋਂ। ਫਿਰ ਸ਼ਾਸਤਰ ਚੁੱਕਣੇ ਪਏ। ਸੰਤਾਂ ਨੇ ਤਾਂ ਗੁਰਦਾਸਪੁਰ ਦੀ ਜੇਲ੍ਹ 'ਚ ਮੰਦਿਰ ਬਣਾਇਆ। ਜੇ ਹਿੰਦੂਆਂ ਦੇ ਵਿਰੋਧੀ ਹੁੰਦੇ ਮੰਦਿਰ ਕਿਉਂ ਬਣਾਉਂਦੇ? ਜਦੋਂ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਦੀ ਗ੍ਰਿਫਤਾਰੀ ਹੋਈ ਹੈ, ਸੰਤਾਂ ਨੇ ਕਪੂਰਥਲੇ ਰਮਾਇਣ ਨੂੰ ਅੱਗ ਲੱਗ ਗਈ, 5000 ਰੁਪਈਆ ਕੋਲੋਂ ਦੇ ਕੇ ਕੇਸ ਲੜਿਆ ਰਮਾਇਣ ਦਾ। ਇੰਨਾ ਸਤਿਕਾਰ ਕਰਦੇ ਸੀ। ਜਲਾਲਾਬਾਦ 10,000 ਦੇ ਇਕੱਠ 'ਚ ਬੋਲਦੇ ਸੀ। ਇੱਕ ਹਿੰਦੂ ਧਾਹਾਂ ਮਾਰ ਕੇ ਰੋ ਪਿਆ ਵੀ ਮੇਰੀ ਲੜਕੀ ਨੂੰ ਜ਼ਬਰਦਸਤੀ ਕੋਈ ਮੁੰਡਾ ਚੁੱਕ ਕੇ ਲੈ ਗਿਆ। ਤੁਸੀਂ ਦਮਦਮੀ ਟਕਸਾਲ ਦੇ ਸੇਵਾਦਾਰ ਹੋ, ਤੁਹਾਡਾ ਤਾਂ ਇਹ ਮੁੱਢ ਰਿਹਾ ਹੈ। ਬਾਬਾ ਦੀਪ ਸਿੰਘ 30-30 ਹਜ਼ਾਰ ਜ਼ਾਲਮਾਂ ਤੋਂ ਛਡਾਉਂਦੇ ਰਹੇ ਹੈ। ਸੰਤ ਕਹਿੰਦੇ ਜੇ ਕੋਈ ਹੋਰ ਗੱਲ ਨਾ ਹੋਈ, 5 ਵਜੇ ਨੂੰ ਤੇਰੀ ਕੁੜੀ ਤੇਰੇ ਘਰ ਆ ਜੂ। ਪੌਣੇ 5 ਵਜੇ ਨੂੰ ਉਹਦੀ ਲੜਕੀ ਉਹਦੇ ਘਰ ਲਿਆ ਕੇ ਦਿੱਤੀ। ਜੇ ਹਿੰਦੂਆਂ ਦੇ ਦੁਸ਼ਮਣ ਹੁੰਦੇ ਤਾਂ ਸੰਤ ਕਹਿ ਦਿੰਦੇ ਚਲਿਆ ਜਾ ਤੂੰ ਇੱਥੋਂ। ਸੋ ਅੱਜ ਇਹ ਪ੍ਰੋਪੋਗੰਡਾ, ਹੁਣ ਜਿਵੇਂ ਕਿ ਮੋਰਚਾ ਚੱਲਦਾ ਹੈ, ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ। ਇੱਕ ਕੋਈ ਹਿੰਦੂ ਤਖਤ ਵਾਲਾ ਉਹ ਬਿਆਨ ਦੇ ਰਿਹਾ ਹੈਗਾ ਪਟਿਆਲੇ ਬਹਿ ਕੇ ਵੀ ਮੈਂ ਸੰਤਾਂ ਦੀਆਂ ਜਿੱਥੇ ਫੋਟੋਆਂ ਲੱਗੀਆਂ ਨੇ ਗੁਰਦੁਆਰਿਆਂ 'ਚ ਉਹ ਲਾਹਾਂਗੇ। ਧਿਆਨ ਭਟਕਾ ਰਹੇ ਆ, ਡਿਵਾਈਡ ਕਰ ਰਹੇ ਆ। ਹੁਣ ਪਟਿਆਲੇ ਤੋਂ ਆਪਣਾ ਘਨੁੜਕੀ 30 ਕਿਲੋਮੀਟਰ ਪੈਂਦਾ ਹੈ। ਸਾਡੇ ਜਗ੍ਹਾ ਜਗ੍ਹਾ ਅਸੀਂ ਗੁਰਦੁਆਰੇ ਫੋਟੋਆਂ ਲਾਈਆਂ ਨੇ, ਪਹਿਲਾਂ ਉੱਥੋਂ ਸ਼ੁਰੂਆਤ ਕਰ ਲਈ ਜੇ ਉਹ 'ਚ ਹਿੰਮਤ ਹੈ। ਸੋ ਦੂਸਰੀ ਬਾਤ ਇਹ, ਫਿਰ ਮਹਾਂਪੁਰਖਾਂ ਨੇ ਆਨੰਦਪੁਰ ਦੇ ਮਤੇ ਲਈ ਸ਼ਹੀਦੀ ਦਿੱਤੀ। ਆਨੰਦਪੁਰ ਦੇ ਮਤੇ 'ਚ ਲਿਖਿਆ ਸੀ ਕਿਸਾਨ ਆਪਣੀਆਂ ਫਸਲਾਂ ਦਾ ਆਪ ਮੁੱਲ ਤੈਅ ਕਰਨਗੇ। ਇਹ ਜਿਹੜੀ ਬੀਜੇਪੀ ਆ ਨਾ, ਇਹ ਦੇਸ਼ ਲਈ ਬੜੀ ਖਤਰਨਾਕ ਹੈ। ਜਿਹੜਾ ਇਹਦਾ ਪਿਛੋਕੜ ਹੈ, ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਲਿਖਦਾ ਹੈ ਕਿ ਇੰਦਰਾ ਗਾਂਧੀ ਅਟੈਕ ਨਹੀਂ ਸੀ ਕਰਨਾ ਚਾਹੁੰਦੀ, ਅਸੀਂ ਕਹਿ ਕੇ ਇੰਦਰਾ ਗਾਂਧੀ ਨੂੰ ਹਰਮੰਦਰ ਸਾਹਿਬ ਤੇ ਅਕਾਲ ਤਖਤ ਤੇ ਅਟੈਕ ਕਰਵਾਇਆ। ਇਹ ਬੀਜੇਪੀ ਦਾ ਪਿਛੋਕੜ ਹੈ। ਇਹ ਜਿਹੜਾ ਮੋਦੀ ਹੈ ਨਾ, ਇਹ ਔਰੰਗਜ਼ੇਬ ਦੀ ਰਾਹ ਤੇ ਚੱਲ ਪਿਆ। ਜਿਵੇਂ ਔਰੰਗਜ਼ੇਬ ਕਹਿੰਦਾ ਸੀ ਹਿੰਦੂ ਬੱਚਾ ਰਹਿਣ ਨਹੀਂ ਦੇਣਾ, ਇਕੱਠੇ ਹੋ ਕੇ ਬਹਿਣ ਨਹੀਂ ਦੇਣਾ, ਵੀ ਮੈਨੂੰ ਇਸਲਾਮ ਇਹ ਚਾਹੀਦਾ ਸਾਰੇ। ਇਸੇ ਤਰ੍ਹਾਂ ਮੋਦੀ ਜਿਵੇਂ RSS ਦਾ ਮੋਹਨ ਭਾਗਵਤ ਹੈ, ਨਾਅਰਾ ਲਾਉਂਦਾ ਵੀ ਹਿੰਦੂ ਰਾਸ਼ਟਰ ਬਣਾ ਦਾਂਗੇ, ਕੋਈ ਕੇਸ ਦਰਜ ਨਹੀਂ ਉਹਦੇ ਤੇ। ਜੇ ਕੋਈ ਸਿੱਖ ਖਾਲਸਾ ਰਾਜ ਦਾ ਨਾਅਰਾ ਲਾ ਦਿੰਦਾ ਤਾਂ ਸਿੱਖ ਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕਰ ਲੈਂਦੇ ਨੇ। ਕੀ ਗੱਲ ਮੋਹਨ ਭਾਗਵਤ ਕੋਈ ਨੇੜੇ ਦਾ ਲੱਗਦਾ, ਉਹ ਤੇ ਕਿਉਂ ਨਹੀਂ ਕਰਦੇ? ਜਿਵੇਂ ਫੁਲਵਾੜੀ ਹੁੰਦੀ ਹੈ, ਫੁਲਵਾੜੀ 'ਚ ਕਿੰਨੇ ਤਰ੍ਹਾਂ ਦੇ ਫੁੱਲ ਹੁੰਦੇ ਨੇ। ਔਰੰਗਜ਼ੇਬ ਨੂੰ ਗੁਰੂ ਸਾਹਿਬ ਨੇ ਇਹੀ ਕਿਹਾ ਸੀ, ਔਰੰਗਜ਼ੇਬ ਇਹ ਅਕਾਲ ਪੁਰਖ ਦੀ ਫੁਲਵਾੜੀ ਹੈ ਸੰਸਾਰ, ਇਹ 'ਚ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ, ਤਰ੍ਹਾਂ ਤਰ੍ਹਾਂ ਦੀਆਂ ਨਸਲਾਂ ਦੇ ਲੋਕ ਰਹਿੰਦੇ ਹੈ। ਸਾਰੇ ਧਰਮਾਂ ਦਾ ਸਤਿਕਾਰ ਕਰ। ਜੋ ਤੂੰ ਇਹ ਸੁਪਨਾ ਲੈ ਰਿਹਾ ਹੈ, ਇਹ ਤੇਰਾ ਕਦੇ ਪੂਰਾ ਨਹੀਂ ਹੋਣਾ। ਉਸੇ ਰਾਹ ਤੇ ਮੋਦੀ ਚੱਲ ਪਿਆ, ਹਿੰਦੂਤਵ ਦਾ ਏਜੰਡਾ ਲੈ ਕੇ ਕਿ ਮੈਂ ਸਾਰਿਆਂ ਨੂੰ ਇਹ ਹਿੰਦੂ ਬਣਾ ਦੇਣਾ ਹੈ। ਔਰੰਗਜ਼ੇਬ ਆਇਆ, ਉਸ ਤੋਂ ਬਾਅਦ ਜ਼ਕਰੀਆ ਖਾਨ ਆਇਆ, ਫਿਰ ਮੀਰ ਮੰਨੂ ਆਇਆ। ਉਹ ਜ਼ਾਲਮ ਹਕੂਮਤਾਂ ਰਹੀਆਂ ਨਹੀਂ। ਮੋਦੀ ਕਿਹੜੇ ਵਾਗ ਦੀ ਮੂਲੀ ਹੈ?
ਇਸੇ ਰਾਹ ਇਸ ਬੰਦੇ ਨੇ ਚਲੇ ਜਾਣਾ ਹੈ, ਜੇ ਮੋਦੀ ਬੰਦੇ ਦਾ ਪੁੱਤ ਨਾ ਬਣਿਆ। ਜੇਕਰ ਗੱਲ ਕੀਤੀ ਜਾਵੇ, ਅੱਜ ਸਾਡੇ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ ਵਿੱਚ ਉਤਰੇ ਹੋਏ ਨੇ। ਸੋ ਪੰਜਾਬੀ ਕਲਾਕਾਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਕਿਸਾਨ ਦੇ ਪੁੱਤ ਹੋਣ ਦੇ ਨਾਤੇ ਕਿਸਾਨਾਂ ਦੇ, ਕਿਉਂਕਿ ਅਸੀਂ ਵੀ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਜਿਹੜੇ ਕਰਦੇ ਹਾਂ, ਉਸੇ ਕਰਕੇ ਅਸੀਂ ਅੱਜ ਕਿਸਾਨਾਂ ਦੇ ਨਾਲ ਡਟੇ ਹਾਂ। ਜੇਕਰ ਗੱਲ ਕੀਤੀ ਜਾਵੇ ਸੰਤਾਂ ਦੀ, ਮਹਾਂਪੁਰਸ਼ਾਂ ਦੀ ਜਾਂ ਬਾਬਿਆਂ ਦੀ, ਅਕਸਰ ਗੁਰੂ ਘਰ ਦੇ ਵਿੱਚ ਵੀ ਅਟੁੱਟ ਲੰਗਰ ਜਿਹੜਾ ਚੱਲਦਾ ਰਹਿੰਦਾ ਹੈ, ਕੋਈ ਬਾਬਾ ਨਹੀਂ ਦੇਖਿਆ ਧਰਨਿਆਂ ਦੇ ਵਿੱਚ। ਅਸੀਂ ਜੀ ਦੇਖੋ ਆਪਣੀ ਗੱਲ ਕਰਦੇ ਹਾਂ, ਅਸੀਂ ਧਰਨੇ ਅਟੈਂਡ ਕੀਤੇ ਹੈ, ਰੋਜ਼ਾਨਾ ਲੰਗਰ ਬਣਾ ਕੇ ਜਿੰਨਾ ਰਸਦ ਪਾਣੀ ਆਉਂਦਾ, ਜ਼ਿਮੀਂਦਾਰ ਸਾਡੇ ਨਾਲ ਰਹਿੰਦੇ, ਅਸੀਂ ਖੁਦ ਫਾਰਮਰ ਹਾਂ, ਬਾਬੇ ਤਾਂ ਬਾਅਦ ਚ ਆਣਾ, ਪਹਿਲਾਂ ਫਾਰਮਰ ਹਾਂ, ਖੇਤੀ ਵੀ ਕਰੀ ਹੈ। ਰੋਜ਼ਾਨਾ ਲੰਗਰ ਭੇਜਣਾ। ਜਿਹੜਾ ਮੀਡੀਆ ਨਾ, ਪਲੀਜ਼ ਡੋਂਟ ਮਾਈਂਡ, ਇਹ ਕਲਾਕਾਰਾਂ ਨੂੰ ਜ਼ਿਆਦਾ ਦਿਖਾ ਰਿਹਾ ਹੈ ਜੋ ਸੱਚ ਹੈ। ਜਿੱਥੇ ਕਲਾਕਾਰ ਆਉਂਦੇ ਨੇ ਨਾ, ਜਿਵੇਂ ਗੁੜ ਤੇ ਮੱਖੀ ਡਿੱਗਦੀ ਆ, ਮੀਡੀਏ ਵਾਲੇ ਆਪਣੀ TRP ਵਧਾਉਣ ਲਈ ਇਹ ਮੈਕ ਚੱਕੀ ਫਿਰਦੇ ਨੇ, ਉਹਨਾਂ ਦੇ ਮੂੰਹ 'ਚ ਮੈਕ ਦਿੰਦੇ ਆ। ਬਾਬਿਆਂ ਨੂੰ ਦਿਖਾ ਨਹੀਂ ਰਹੇ, ਇੱਕ ਪੱਖ ਦਿਖਾ ਰਿਹਾ, ਜਦ ਕਿ ਮੀਡੀਆ ਨੂੰ ਇਹ ਦੱਸਣਾ ਚਾਹੀਦਾ ਹੈ। ਹੁਣ ਲੰਗਰ ਦੀ ਸੇਵਾ ਭੇਜਣੀ ਰੋਜ਼ਾਨਾ, ਅਸੀਂ ਤਾਂ ਕੋਈ ਸ਼ੋਅ ਆਫ ਨਹੀਂ ਕਰਦੇ, ਅਕਾਲ ਪੁਰਖ ਦਾ ਦਿੱਤਾ ਹੈ, ਸੰਗਤਾਂ ਦਾ ਦਿੱਤਾ ਹੈ। ਅੱਜ ਵੀ ਲੰਗਰ ਭੇਜ ਕੇ ਤੁਹਾਡੇ ਕੋਲੇ ਫੇਰ ਆਵਾਂਗੇ। ਪਹਿਲਾਂ ਫਾਰਮਰਾਂ, ਸਾਰੇ ਸੰਤ ਮਹਾਤਮਾ, ਬਾਬਾ ਹਰਨਾਮ ਸਿੰਘ ਸਾਡੇ ਭਰਾ ਨੇ, ਉਹ ਵੀ ਗਏ ਸੀ ਧਰਨੇ 'ਚ, ਸਗੋਂ ਕਈ ਮੂਰਖਾਂ ਨੇ ਉਹਨਾਂ ਦਾ ਵਿਰੋਧ ਕੀਤਾ। ਇੱਕ ਪਾਸੇ ਤਾਂ ਕੋਈ ਹਮਾਇਤ ਲਈ ਜਾ ਰਿਹਾ ਹੈ, ਚਾਹੇ ਕੋਈ ਕਲਾਕਾਰ ਹੈ। ਹੁਣ ਕੱਲ ਜਿਹੜਾ ਮੁੰਡਾ ਸਿੱਧੂ ਮੂਸੇ ਵਾਲਾ ਹੈ, ਮੁੰਡਾ ਦੇਖੋ ਖੇਤੀ ਵੀ ਕਰਦਾ ਹੈ, ਉਹ ਅਸੀਂ ਉਹਦੇ ਗਾਣਿਆਂ ਲਈ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ, ਪਰ ਕਈ ਗੱਲਾਂ 'ਚ ਉਹ ਬੜਾ ਚੰਗਾ ਹੈ, ਜ਼ਮੀਨ ਨਾਲ ਜੁੜਿਆ ਹੋਇਆ ਹੈ। ਉਹ ਕਿਸੇ ਧਰਨੇ 'ਚ ਵਗ ਗਿਆ ਮਾਨਸਾ, ਉੱਥੇ ਸਾਹਮਣੇ ਉਹਦੀ ਇਨਸਲਟ ਉਹਦੇ ਕੀਤੀ ਗਈ। ਕੀ ਇਹ ਚੰਗੀ ਗੱਲ ਹੈ? ਅਸੀਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਾਂਗੇ, ਚਾਹੇ ਤੁਹਾਡਾ ਕੋਈ ਦੁਸ਼ਮਣ ਹੈ, ਜਿਹੜਾ ਵੀ ਆਉਂਦਾ ਉਹਨੂੰ ਐਪਰੀਸ਼ੀਏਟ ਕਰੋ, ਉਹਨੂੰ ਵੈਲਕਮ ਕਹੋ। ਸੰਗਠਨ ਜਿਹੜਾ ਇਹ ਸੰਘਰਸ਼ ਹੈ ਨਾ, ਸੰਗਠਨ ਦੇ ਰੂਪ ਦੇ ਵਿੱਚ ਅੱਗੇ ਵਧੂਗਾ। ਇਕੱਲਾ ਬੰਦਾ ਕੋਈ ਸੰਘਰਸ਼ ਲੜ ਲੂ, ਆਪਾਂ ਨੂੰ ਤਾਂ ਗਲੀ ਦੇ ਕੱਖਾਂ ਦੀ ਵੀ ਲੋੜ ਹੈ ਵੀ ਉਹ ਵੀ ਆਪਣੀ ਮਦਦ ਕਰਨ। ਜਿਹੜੇ ਵੀ ਕਲਾਕਾਰ ਨਿਤਰੇ ਨੇ ਇਸ ਮੈਦਾਨ 'ਚ, ਮੂਸੇ ਵਾਲਾ ਚਾਹੇ ਕਨਵਰ ਗਰੇਵਾਲ, ਅਸੀਂ ਬਹੁਤਾ ਇਹ ਲਾਈਨ 'ਚ ਨਹੀਂ, ਅਸੀਂ ਨਾ ਇਹਨਾਂ ਨੂੰ ਜਾਣਦੇ ਹਾਂ, ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਪਰ ਜਿਹੜੇ ਫਾਰ ਐਗਜ਼ਾਮਪਲ ਹੁਣ ਗੁਰਦਾਸ ਮਾਨ ਹੈ, ਕਿੰਨਾ ਪੰਜਾਬ ਦੇ ਲੋਕਾਂ ਨੇ ਉਹਨੂੰ ਮਾਣ ਦਿੱਤਾ, ਉਹਦੀ ਜੀਭ ਕਿਉਂ ਬੰਦ ਹੋ ਗਈ, ਉਹਦੀ ਜ਼ੁਬਾਨ ਕਿਉਂ ਬੰਦ ਹੋ ਗਈ? ਇੱਕ ਸ਼ਬਦ ਨਹੀਂ ਬੋਲਿਆ ਉਹ। ਕਈ ਕੈਨੇਡਾ 'ਚ ਬੈਠੇ ਮਾਰੀ ਜਾਂਦੇ ਨੇ ਗੱਪਾਂ, ਕੈਨੇਡਾ 'ਚੋਂ ਗਾਣੇ ਗਾਈ ਜਾਂਦੇ ਨੇ। ਤੁਸੀਂ ਪੰਜਾਬ 'ਚ ਆਓ, ਪਤਾ ਤਾਂ ਫੇਰ ਲੱਗੂ ਨਾ, ਗਰਾਊਂਡ ਲੈਵਲ ਤੇ ਵਿਚਰੋ। ਕੈਨੇਡਾ ਵਾਲੀ ਤੁਸੀਂ ਕਿਹਨਾਂ ਦੀ ਗੱਲ ਕਰ ਰਹੇ ਹੋ? ਪਤਾ ਹੀ ਆ ਤੁਹਾਨੂੰ, ਜਿਹੜੇ ਕਲਾਕਾਰ ਕੈਨੇਡਾ ਬੈਠੇ ਹੈ, ਕੱਲੇ ਉੱਥੇ ਬੈਠ ਕੇ ਮਤਲਬ ਗੱਲ ਨਹੀਂ ਚੱਲਣੀ, ਉਰੇ ਆ ਕੇ ਤੁਸੀਂ ਗਰਾਊਂਡ ਲੈਵਲ ਤੇ, ਇਹ ਜਿਹੜੇ ਕਲਾਕਾਰਾਂ ਦਾ ਅਸੀਂ ਨਾਂ ਲਿਆ, ਗਰਾਊਂਡ ਲੈਵਲ ਤੇ ਵਿਚਰਦੇ ਨੇ। ਹੁਣ ਗੁਰਦਾਸ ਮਾਨ ਜਿਹੜਾ ਹੈ, ਇੱਕ ਸ਼ਬਦ ਨਹੀਂ ਬੋਲਿਆ। ਹੁਣ ਦੂਜੇ ਪਾਸੇ ਦਲੇਰ ਮਹਿੰਦੀ ਹੈ, ਉਹਨੂੰ ਕਿੰਨਾ ਮਾਣ ਦਿੱਤਾ। ਉਹ ਇਹ ਬਿਲਾਂ ਦੀ ਪ੍ਰੋੜਤਾ ਕਰਦਾ ਕਿ ਮੈਂ ਤਾਂ ਜੀ, ਉਹ ਕਿਉਂਕਿ ਮੋਦੀ ਤੋਂ ਟਿਕਟ ਭਾਲਦਾ ਹੈ। ਚਾਪਲੂਸੀ ਦੀ ਵੀ ਕੋਈ ਹੱਦ ਹੁੰਦੀ ਹੈ। ਇਸ ਕਰਕੇ ਇਹੋ ਜਿਹੇ ਲੋਕਾਂ ਦਾ, ਇਹ ਪੰਜਾਬ ਦੇ ਲੋਕ ਨਾ ਕਹਿੰਦੇ ਨੇ ਫਲਾਣਾ ਮਾਨ ਜੀ, ਉਹ ਮਾਨ। ਇੱਕ ਬੇਨਤੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ, ਤੁਸੀਂ ਇਹਨਾਂ ਨਚਾਰਾਂ ਨੂੰ ਆਪਣੇ ਮਾਨ ਨਾ ਬਣਾਓ। ਜਸਟ ਸਿੰਗਰ ਨੇ ਇਹ। ਸਾਡਾ ਮਾਨ ਸ਼ਹੀਦ ਕਰਤਾਰ ਸਿੰਘ ਸਰਾਭਾ, ਸਾਡਾ ਮਾਨ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਬਾਬਾ ਜਰਨੈਲ ਸਿੰਘ ਖਾਲਸਾ, ਗਦਰੀ ਬਾਬੇ, ਇਹ ਸਾਡੇ ਪੰਜਾਬ ਦਾ ਮਾਣ ਨੇ, ਨਾ ਕਿ ਇਹ ਲੋਕ ਜਿਹੜੇ ਪੰਜਾਬ ਲਈ ਇੱਕ ਸ਼ਬਦ ਨਹੀਂ ਕੱਢ ਸਕਦੇ ਕਿਸਾਨਾਂ ਲਈ। ਹਾਂਜੀ, ਸੋ ਬਿਲਕੁਲ, ਜਿਸ ਤਰ੍ਹਾਂ ਤੁਸੀਂ ਵੀ ਸਾਰੇ ਜਾਣਦੇ ਹੋ, ਤੁਸੀਂ ਕਿਹਾ ਕਿ ਅਸੀਂ ਲੰਗਰ ਪ੍ਰਸ਼ਾਦਾ ਜਿਹੜਾ ਸੀ ਕਿਸਾਨਾਂ ਦੇ ਲਈ ਤਿਆਰ ਕੀਤਾ ਸੀ। ਜੇਕਰ ਹੋਰਾਂ ਦੀ ਗੱਲ ਕੀਤੀ ਜਾਵੇ, ਜੇਕਰ ਢੱਡਰੀਆਂ ਵਾਲੇ ਦੀ ਗੱਲ ਕਰ ਲੈਂਦੇ ਹਾਂ, ਤਾਂ ਉਹਨਾਂ ਦੇ ਵੱਲੋਂ ਵੀ ਤਾਂ ਉਹਨਾਂ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਕਿਸਾਨਾਂ ਦੇ। ਹਾਲਾਂਕਿ ਉਹਨਾਂ ਨੇ ਬਹੁਤ ਹੀ ਆਲੀਸ਼ਾਨ ਮਹਿਲ ਬਣਾਇਆ ਹੋਇਆ ਹੈ। ਲੰਗਰ ਉਹਨਾਂ ਦੇ ਦਰਬਾਰ 'ਚ ਵੀ ਚੱਲਦਾ, ਜਿੱਥੇ ਸੰਗਤਾਂ ਆਉਂਦੀਆਂ ਨੇ, ਉਹਨਾਂ ਦੇ ਦੀਵਾਨ 'ਚ ਹਾਜ਼ਰੀ ਭਰਦੀਆਂ ਨੇ, ਪਰ ਇੱਕ ਦਿਨ ਵੀ ਉਹ ਕਿਸਾਨਾਂ ਦੇ ਪੱਖ ਵਿੱਚ ਨਿਤਰੇ ਸਾਨੂੰ ਕਿਤੇ ਨਜ਼ਰ ਨਹੀਂ ਆ ਰਹੇ। ਇਹ ਤਾਂ ਦੇਖੋ ਜੀ, ਤੁਸੀਂ ਕੈਮਰਾ ਲੈ ਕੇ ਉਹਨਾਂ ਦੇ ਕੋਲੇ ਪਹੁੰਚੋ, ਉਹਨਾਂ ਤੋਂ ਜਾ ਕੇ ਪੁੱਛੋ ਕਿਉਂ ਨਹੀਂ ਉਹਨਾਂ ਨੇ ਬਿਆਨ ਦਿੱਤਾ। ਦੇਣਾ ਚਾਹੀਦਾ, ਕਿਉਂਕਿ ਸੰਗਤ ਰਸਦ ਪਾਣੀ ਦਿੰਦੀ ਹੈ। ਲੰਗਰ ਜਿਹੜਾ ਹੁਣ ਝੋਨਾ ਦੇਊ ਤਾਂ ਉੱਥੇ ਕਹਿਣ ਤੋਂ ਭਾਵ ਚਾਵਲ ਬਣਨਗੇ, ਖੀਰ ਬਣੂਗੀ, ਕਣਕ ਦੇਵੇਗੀ ਤਾਂ ਲੰਗਰ ਪੱਕੇਗਾ ਗੁਰੂ ਘਰਾਂ 'ਚ। ਇਹ ਸੰਗਤ ਦਾ ਲੰਗਰ ਹੈ, ਕੋਈ ਸਾਡਾ ਨਹੀਂ, ਗੁਰੂ ਦਾ ਲੰਗਰ ਹੈ।
ਸਾਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ। ਕੱਲੇ ਮੈਂ ਢੱਡਰੀਆਂ ਵਾਲਿਆਂ ਦੀ ਗੱਲ ਨਹੀਂ ਕਰ ਰਹੀ, ਬਹੁਤ ਸਾਰੇ ਜਿਹੜੇ ਬਾਬੇ ਬਣੇ ਹੋਏ ਨੇ ਜਾਂ ਬਾਬੇ ਹੈ ਨੇ, ਆਪਣੇ ਆਪ ਨੂੰ ਬਾਬਾ ਜੀ ਕਹਾਉਂਦੇ ਨੇ, ਜਿਹੜੇ ਕੁਰਸੀਆਂ ਤੇ ਆ ਕੇ ਬੈਠ ਜਾਂਦੇ ਨੇ, ਜਾਂ ਗੱਲ ਕਰੀਏ ਤਾਂ ਸੋਫਿਆਂ ਤੱਕ ਕੇ ਬਹਿੰਦੇ ਨੇ ਤੇ ਸੰਗਤਾਂ ਨੂੰ ਆਪਣੇ ਚਰਨਾਂ 'ਚ ਬਿਠਾ ਕੇ ਉਪਦੇਸ਼ ਦਿੰਦੇ ਨੇ ਗੁਰੂ ਪਾਤਸ਼ਾਹ ਦਾ। ਉਹ ਬਾਬੇ ਸਾਨੂੰ ਕਿਤੇ ਨਜ਼ਰ ਕਿਉਂ ਨਹੀਂ ਆਉਂਦੇ? ਤੇ ਉਹੀ ਬਾਬੇ ਪਹਿਲਾਂ ਜਦੋਂ ਕੋਈ ਧਾਰਮਿਕ ਮੇਲੇ ਹੁੰਦੇ ਨੇ ਜਾਂ ਧਾਰਮਿਕ ਫੰਕਸ਼ਨ ਆਉਣੇ ਹੁੰਦੇ ਨੇ, ਉਸੇ ਦੌਰਾਨ ਆਪਣੇ ਸੇਵਾਦਾਰਾਂ ਨੂੰ ਭੇਜਦੇ ਆ ਕਿਸਾਨਾਂ ਦੇ ਘਰ, ਚਲੋ ਚੱਕੋ ਬੋਰੀਆਂ ਤੇ ਘਰ ਘਰ ਜਾ ਕੇ ਅਸੀਂ ਦਾਣੇ ਇਕੱਠੇ ਕਰਕੇ ਲੈ ਕੇ ਆਉਂਦੇ ਆ। ਪਰ ਉਹ ਬਾਬੇ ਸਾਨੂੰ ਅੱਜ ਕਿਤੇ ਵੀ ਦਿਖਦੇ ਕਿਉਂ ਨਹੀਂ ਆ? ਸਿਰਫ ਕੱਲੀ ਤੁਹਾਡੀ ਗੱਲ ਨਹੀਂ ਕਰ ਰਹੀ ਜਾਂ ਮੈਂ ਕੱਲੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਨਹੀਂ ਕਰ ਰਹੀ, ਹੋਰ ਵੀ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ। ਚਲ ਤੁਸੀਂ ਤਾਂ ਲੰਗਰ ਲਗਾ ਲਿਆ, ਬਾਕੀ ਦੇ ਕਿੱਥੇ ਨੇ? ਉਹਨਾਂ ਬਾਰੇ ਜ਼ਰੂਰ ਅਸੀਂ ਸੁਣਨਾ ਚਾਹਾਂਗੇ, ਕਿਉਂਕਿ ਹੁਣ ਤੁਸੀਂ ਕਲਾਕਾਰਾਂ ਨੂੰ ਤਾਂ ਜਾਣਦੇ ਨਹੀਂ ਹੋ, ਕਲਾਕਾਰਾਂ ਲਈ ਤੁਸੀਂ ਜ਼ਰੂਰ ਬੋਲਿਆ ਤੇ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਉਹਨਾਂ ਬਾਰੇ ਵੀ ਸਾਨੂੰ ਸਪਸ਼ਟਤਾ ਜ਼ਰੂਰ ਕਰੋ ਕਿ ਆਖਿਰਕਾਰ ਘਰ ਘਰ ਜਾ ਕੇ ਇਹ ਮੰਗੇ ਜਾਂਦੇ ਨੇ ਦਾਣੇ ਕਿ ਅਸੀਂ ਗੁਰੂ ਦੇ ਲੰਗਰਾਂ ਦੇ ਵਿੱਚ ਪਾਉਣੇ ਨੇ, ਤੇ ਉਹ ਬਾਬੇ ਕਿੱਥੇ ਨੇ? ਬਹੁਤ ਸਾਰੇ ਬਾਬੇ, ਕਾਰ ਸੇਵਾ ਵਾਲੇ ਬਾਬੇ ਲੰਗਰ ਬਣਾ ਕੇ ਅਸੀਂ ਵਰਤਾਉਂਦੇ ਦੇਖੇ ਨੇ ਜੀ ਭਵਾਨੀਗੜ੍ਹ ਦੇ ਏਰੀਏ ਦੇ ਵਿੱਚ। ਸਾਰਿਆਂ ਨੂੰ ਤਾਂ ਹੋ ਸਕਦਾ ਅਸੀਂ ਵੀ ਨਹੀਂ ਜਾਣਦੇ, ਪਰ ਬਹੁਤ ਸਾਰੇ ਅਸੀਂ ਦੇਖੇ ਆ। ਉਹ ਤੁਹਾਨੂੰ ਪਹਿਲਾਂ ਗੱਲ ਦੱਸਤੀ ਵੀ ਥੋੜਾ ਜਿਹਾ ਮੀਡੀਆ ਕਲਾਕਾਰਾਂ ਨੂੰ ਤੁਸੀਂ ਦਿਖਾ ਰਹੇ ਹੋ, ਥੋੜਾ ਜਿਹਾ ਉਹਨਾਂ ਨੂੰ ਦਿਖਾਇਆ ਨਹੀਂ ਜਾ ਰਿਹਾ, ਇਸ ਗੱਲੋਂ ਥੋੜੀ ਜੀ ਗੱਲ ਉਹ ਹੈ। ਪਰ ਬਹੁਤ ਸਾਰੇ ਲੰਗਰ ਲਾ ਰਹੇ ਨੇ। ਬਾਕੀ ਹਰ ਬੰਦਾ ਆਪਣੀ ਗਰੰਟੀ ਲੈ ਸਕਦਾ, ਹੋਰ ਦੀ ਨਹੀਂ, ਪਰ ਜਿੰਨੀ ਕੁ ਸਾਡੀ ਔਕਾਤ ਹੈ ਅਸੀਂ ਹਰ ਚੈਨਲ ਤੇ ਜਾ ਕੇ ਜਾਂ ਧਰਨੇ 'ਚ ਜਾ ਕੇ ਕਿਸਾਨਾਂ ਲਈ ਆਵਾਜ਼ ਬੁਲੰਦ ਕਰ ਰਹੇ ਹਾਂ। ਕਿੰਨੇ ਧਰਨੇ ਅਟੈਂਡ ਕੀਤੇ ਤੁਸੀਂ? ਆ ਸਾਡੇ ਨੇੜੇ ਮਾਝੀ ਲੱਗਿਆ ਹੋਇਆ, ਉੱਥੇ ਅਟੈਂਡ ਕੀਤਾ। ਬਾਕੀ ਲੰਗਰ ਜਿਹੜਾ ਨਾਭੇ ਤਕਰੀਬਨ ਦੂਜੇ ਦਿਨ, ਹਰ ਦਿਨ ਅਸੀਂ ਭੇਜਦੇ ਹਾਂ ਜੀ। ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਦੇ ਅੱਗੇ ਝੁਕੇਗੀ? 70% ਮੋਦੀ ਜਿਹੜਾ ਹੈ ਵਾਪਸ ਨਹੀਂ ਲਵੇਗਾ ਬਿੱਲ, ਨੋਟ ਕਰ ਲਓ ਅੱਜ। 30% ਚਾਂਸ ਨੇ, ਕਿਉਂਕਿ ਮੋਦੀ ਦਾ ਅਸੀਂ ਸੁਭਾਅ ਜਿਹੜਾ ਜਾਣਦੇ ਹਾਂ, ਜੇ ਬੰਦੇ ਦਾ ਪੁੱਤ ਨਾ ਬਣਿਆ ਇਹਦੀ ਹੱਡੀ ਵੀ ਨਹੀਂ ਲੱਭਣੀ, ਕਿਉਂਕਿ ਕੋਈ ਪਤਾ ਨਹੀਂ ਕਦੋਂ ਐਕਸ਼ਨ ਦੇ ਉਲਟ ਰਿਐਕਸ਼ਨ ਹਮੇਸ਼ਾ ਹੁੰਦਾ। ਸਾਇੰਸ ਦਾ ਫਾਰਮੂਲਾ ਹੈ। 2002 ਚ ਇਸ ਬੰਦੇ ਨੇ ਦੰਗੇ ਕਰਾਏ ਗੁਜਰਾਤ ਚ, ਇਹਨੂੰ ਕੋਈ ਸ਼ਰਮ ਨਹੀਂ। ਉਸ ਤੋਂ ਬਾਅਦ ਇਹ ਪ੍ਰਾਈਮ ਮਿਨਿਸਟਰ ਬਣ ਜਾਂਦਾ, ਇਹਨੇ ਨੋਟਬੰਦੀ ਕਰੀ, ਫੇਰ ਵੀ ਦੇਸ਼ ਦਾ ਨੁਕਸਾਨ ਹੋਇਆ। ਕਸ਼ਮੀਰੀਆਂ ਨਾਲ ਧੱਕਾ ਕਰਿਆ, ਉਹਨੂੰ ਐਮਰਜੈਂਸੀ ਲਾ ਕੇ ਅੰਦਰ ਡੱਕਿਆ ਹੋਇਆ ਇਸ ਬੰਦੇ ਨੇ, ਫੈਸਲਾ ਵਾਪਸ ਨਹੀਂ ਨਾ ਲਿਆ। ਨੋਟਬੰਦੀ ਦੀ ਗੱਲ ਕੀਤੀ, ਉਹ ਕਹਿੰਦੇ ਕਾਲਾ ਧਨ ਵਾਪਸ ਲੈ ਕੇ ਆਵਾਂਗੇ ਤਾਂ ਕੀਤੀ। ਦੇਖੋ ਇੱਕ ਗੱਲ ਸੁਣੋ, ਤੁਸੀਂ ਬਾਬਿਆਂ ਦੀ ਗੱਲ ਕਰੀ ਆ, ਉਹ ਰਾਮਦੇਵ ਹੈ ਜਿਹੜਾ, ਉਹ ਵੀ ਤਾਂ ਬਾਬਾ ਹੀ ਕਹਾਉਂਦਾ ਹੈ। ਵਾਟ ਹੀ ਇਜ਼ ਬਿਜ਼ਨਸਮੈਨ ਓਨਲੀ। ਉਹ ਰਾਮਦੇਵ ਹੁਣ ਕਿੱਥੇ ਹੈ ਪਖੰਡੀ, ਜਿਹੜਾ ਜਦੋਂ ਕਾਂਗਰਸ ਗਵਰਨਮੈਂਟ ਸੀ ਉਦੋਂ ਉੱਥੇ ਆ ਕੇ ਬਹਿ ਗਿਆ ਸੀ ਮੈਂ ਕਾਲਾ ਧਨ ਮੰਗਵਾਉਣਾ ਹੈ। ਹੁਣ ਉਹ ਮਤਲਬ ਕਿੱਥੇ ਆ ਗਿਆ ਰਾਮਦੇਵ? ਹੁਣ ਕਾਲਾ ਧਨ ਕੀ ਆ ਗਿਆ? ਕਿਉਂ ਨਹੀਂ ਉਹ ਆਉਂਦਾ ਸੰਗਤਾਂ ਦੇ ਵਿੱਚ? ਉਦੋਂ ਵੱਡਾ ਕਿਹੜਾ ਬਾਬਾ ਅਗਰਾਹੀ ਕਰਦਾ ਜਿੰਨੀ ਉਹਨੇ ਕਰੀ ਹੈ? ਮਤਲਬ ਮੀਡੀਆ ਉਹਨੂੰ ਦਿਖਾਈ ਜਾ ਰਿਹਾ ਵੀ ਰਾਮਦੇਵ ਹਾਥੀ ਤੋਂ ਜੋਗ ਕਰਦਾ ਡਿੱਗ ਪਿਆ। ਇਹ ਮੀਡੀਆ ਕੀ ਕਰ ਰਿਹਾ ਹੈ? ਸਾਡੇ ਬਣੀਓ ਚਾਹੇ ਗਧੇ ਤੋਂ ਡਿੱਗੇ, ਰਾਮਦੇਵ ਲੈਣਾ ਕੀ ਆ ਉਹ ਤੋਂ? ਉਸ ਬੰਦੇ ਨੂੰ ਹੁਣ ਕਾਲਾ ਧਨ ਆ ਗਿਆ, ਸਾਡਾ ਰਾਮਦੇਵ ਨੂੰ ਸਵਾਲ ਹੈ। ਅਸਲ 'ਚ ਉਹ ਮੋਦੀ ਦਾ ਚਮਚਾ ਹੈ। ਜੇ ਸੱਚਾ ਸੰਤ ਹੈ, ਜੇ ਸੱਚਾ ਸੰਨਿਆਸੀ ਹੈ ਤੇ ਬੈਠ ਹੁਣ ਧਰਨੇ ਤੇ ਕਿਸਾਨਾਂ ਲਈ ਬੈਠ, ਬਹਿੰਦਾ ਕਿਉਂ ਨਹੀਂ ਉਹ? ਹਾਂਜੀ ਜੀ, ਜੇਕਰ ਗੱਲ ਕੀਤੀ ਜਾਵੇ ਕਿਸਾਨੀ ਦੇ ਮੁੱਦੇ ਤੋਂ ਇੱਕ ਵਾਰ ਹਟ ਕੇ, ਇੱਕ ਹਾਲ ਹੀ ਦੀ ਘੜੀ ਵਿੱਚ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇੱਕ ਬਾਬਾ ਗੁਰਮੇਲ ਸਿੰਘ ਹੈ ਜੋ ਪੈਸੇ ਡਬਲ ਕਰਕੇ ਦਿੰਦਾ ਹੈ। ਗੱਲ ਇਹ ਹੈ ਜੀ, ਅਸੀਂ ਸੁਣਿਆਗਾ, ਅਸੀਂ ਪਹਿਲਾਂ ਨਹੀਂ ਸੀ ਜਾਣਦੇ, ਗ੍ਰੰਥੀ ਗੁਰਮੇਲ ਸਿੰਘ ਹੈ। ਇਹ ਬਿਲਕੁਲ ਗਲਤ ਗੱਲ ਹੈ। ਤੁਸੀਂ ਅਖੰਡ ਪਾਠ ਜਿਹੜਾ ਸੰਗਤ ਸ਼ਰਧਾ ਨਾਲ ਕਰਾਉਂਦੀ ਹੈ, ਜੇ ਤੁਸੀਂ ਖੰਡ ਪਾਠਾਂ ਦੇ ਨਾਂ ਤੇ ਇਦਾਂ ਦਾ ਬਿਜ਼ਨਸ ਸ਼ੁਰੂ ਕਰ ਲਓਗੇ, ਸੰਗਤਾਂ ਦੀ ਤਾਂ ਸ਼ਰਧਾ ਹੀ ਟੁੱਟ ਜੂ ਖੰਡ ਪਾਠਾਂ ਤੋਂ। ਸੰਗਤਾਂ ਫਿਰ ਉੱਥੇ ਖੰਡ ਪਾਠ ਦੀ ਵੀ ਸਾਨੂੰ ਭੇਟਾ ਡਬਲ ਮਿਲੇ, ਉਹ ਡਬਲ ਭੇਟਾ ਮਾਈਂਡ 'ਚ ਲੈ ਕੇ ਸੰਗਤਾਂ ਪਾਠ ਕਰਾਉਣਗੀਆਂ। ਕੀ ਉਹ ਖੰਡ ਪਾਠ ਕਰਵਾਇਆ ਪ੍ਰਵਾਨ ਹੋਊਗਾ ਅਕਾਲ ਪੁਰਖ ਦੀ ਦਰਗਾਹ 'ਚ? ਇਹ ਬਿਜ਼ਨਸ ਬਹੁਤ ਗਲਤ ਹੈ। ਕੀ ਲੱਗਦਾ ਕਿ ਜਿਹੜੇ ਕਈ ਬਹੁਤ ਸਾਰੇ ਬਾਬੇ ਨੇ ਉਹ ਧਰਮ ਦੀ ਆੜ ਦੇ ਵਿੱਚ ਆਪਣਾ ਬਿਜ਼ਨਸ ਚਲਾ ਰਹੇ ਨੇ? ਦੇਖੋ ਜੀ, ਤੁਹਾਨੂੰ ਕਹਿ ਦਿੱਤਾ ਜਿਹੜਾ ਕਰੂਗਾ ਭਰੂਗਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਧਾਰੈ ਸੋਏ। ਅਸੀਂ ਆਪਣੇ ਆਪ ਨੂੰ ਸਾਰੇ ਬਾਬਿਆਂ ਨਾਲੋਂ ਮਾੜਾ ਮੰਨਦੇ ਹਾਂ। ਸਾਡੇ 'ਚ ਕੋਈ ਕੁਆਲਿਟੀ ਨਹੀਂ। ਆਈ ਐਮ ਨਥਿੰਗ। ਜੇ ਕੋਈ ਕਰੂਗਾ ਤੇ ਭਰੂਗਾ। ਤੇ ਬਾਕੀ ਤੁਹਾਨੂੰ ਮਤਲਬ ਕਿਹਾ ਵੀ ਕਿਸਾਨਾਂ ਦੇ ਹੱਕ ਸੱਚ ਲਈ ਬੁਲੰਦ ਆਵਾਜ਼ ਕਰਨੀ ਚਾਹੀਦੀ ਹੈ। ਮੋਦੀ ਹੈ ਜਿਹੜਾ, ਕਸ਼ਮੀਰੀਆਂ ਨੂੰ ਡੱਕਤਾ, ਇਹਨੇ ਫੈਸਲਾ ਵਾਪਸ ਨਹੀਂ ਲਿਆ। ਪਰ ਸਾਡਾ ਮਨ ਕਹਿੰਦਾ ਵੀ 70% ਇਹ ਆਰਡੀਨੈਂਸ ਵਾਪਸ ਨਹੀਂ ਲਊਗਾ, ਕਿਉਂਕਿ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਪਿੰਡ ਵੱਲ ਨੂੰ ਭੱਜਦਾ ਹੈ।
ਜੇ ਐਡਾ ਸੂਰਮਾ ਸੀ, ਜੇ ਉਹਨੇ ਆਰਡੀਨੈਂਸ ਵਾਪਸ ਲੈਣੇ ਹੁੰਦੇ ਤਾਂ ਕਿਸਾਨਾਂ ਨਾਲ ਮੀਟਿੰਗ ਆਪ ਕਰਦਾ। ਉਹਨੇ ਕਿਸਾਨਾਂ ਨੂੰ ਸੱਦ ਕੇ ਜਲੀਲ ਕੀਤਾ ਦਿੱਲੀ। ਪੰਜਾਬ ਦੇ ਵਿੱਚ ਅੱਗ ਲਾ ਕੇ ਆਪ ਖੁੱਡੇ 'ਚ ਲੁਕਿਆ ਬੈਠਾ, ਬਾਹਰ ਨਿਕਲਦਾ ਫਿਰ। ਜਿਵੇਂ ਇੰਦਰਾ ਗਾਂਧੀ ਡਬਲ ਪਾਲਿਸੀ ਖੇਡਦੀ ਸੀ ਨਾ, ਡਬਲ ਪਾਲਿਸੀ ਖੇਡਦਾ। ਇੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਨਾਲ ਇੱਕ ਪਾਸੇ ਦਿਖਾਵਾ ਕਰਤਾ, ਮੈਂ ਗੱਲਬਾਤ ਕਰ ਰਹੀ ਹਾਂ, ਇੱਕ ਪਾਸੇ ਮੀਟਿੰਗ ਸੱਦ ਰਿਹਾ, ਦੂਜੇ ਪਾਸੇ 5 ਕੇਂਦਰ ਦੇ ਮੰਤਰੀ ਪੰਜਾਬ 'ਚ ਭੇਜਤੇ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ, ਉਹਨਾਂ ਨੂੰ ਇੰਪ੍ਰੈਸ ਕਰਨ ਵਾਸਤੇ। ਇਹ ਡਬਲ ਮਾਈਂਡਡ ਗੇਮ ਜਿਹੜੀ ਖੇਡ ਰਿਹਾ ਮੋਦੀ, ਇਹ ਹੋ ਸਕਦਾ ਹੈ ਇਹਦੇ ਬੰਦੇ, ਹੁਣ ਦੇਖੋ ਭਾਜਪਾ ਤੇ ਹਮਲਾ ਹੋਇਆ, ਭਾਜਪਾ ਵਾਲੇ ਤੇ, ਸਾਡਾ ਮਨ ਕਹਿੰਦਾ ਵੀ ਉਹਨੇ ਆਪ ਕਰਾਇਆ, ਕਿਸਾਨਾਂ ਨੇ ਹਮਲਾ ਨਹੀਂ ਕੀਤਾ। ਉਹ ਜਿਹੜਾ ਹੁਣ ਇਹ ਗਵਰਨਰ ਕੋਲੇ ਗਏ ਨੇ ਵੀ ਸਟੇਟ ਵਿੱਚ ਇੱਥੇ ਰਾਸ਼ਟਰਪਤੀ ਰਾਜ ਲਾਗੂ ਹੋਵੇ, ਹੋ ਸਕਦਾ ਕਸ਼ਮੀਰ ਵਾਲਾ ਕੰਮ ਕਰ ਦੇਣ। ਕਿੰਨੇ ਕਿਸਾਨ ਹੁਣ ਸ਼ਹੀਦ ਹੋ ਗਏ ਮੋਰਚੇ ਦੇ ਦੌਰਾਨ। ਹੋ ਸਕਦਾ ਹੈ ਇਦੋਂ ਵੀ ਮਾੜਾ ਸਮਾਂ ਆ ਜਾਵੇ, ਇੱਥੇ ਕਿੰਨੀ ਕੁ ਫੌਜ ਆ ਜੇ, ਕਿੰਨੀ ਕੁ ਗੋਲਾਬਾਰੀ ਹੋਵੇ। ਬਿਨਾਂ ਸ਼ਾਸਤਰ ਕੇਸੰਗ ਨਾ ਦੇਵਹੂੰ ਦਦਾਰੇ, ਗੁਰੂ ਕਹਿੰਦਾ ਮੈਂ ਬਿਨਾਂ ਹਥਿਆਰ ਤੇ ਕੇਸਾਂ ਤੋਂ ਤੈਨੂੰ ਸਿੱਖਾ ਦਰਸ਼ਨ ਨਹੀਂ ਦੇਣੇ। ਕਈ ਲੋਕ ਕਹਿ ਦਿੰਦੇ ਨੇ ਜੀ ਬਾਬਿਆਂ ਨੂੰ ਹਥਿਆਰਾਂ ਦੀ ਕੀ ਲੋੜ ਹੈ, ਹੋਰ ਬਾਬੇ ਖੁਸਰੇ ਰੱਖ ਲੈਣ ਨਾਲ। ਸਾਡੇ ਗੁਰੂ ਨੇ ਹਥਿਆਰ ਰੱਖੇ, ਸਾਡੇ ਗੁਰੂ ਦਾ ਹੁਕਮ ਹੈ, 6ਵੇਂ ਪਾਤਸ਼ਾਹ ਤੋਂ ਸਿੱਖਾਂ ਕੋਲੇ ਸ਼ਾਸਤਰ ਆਏ ਨੇ। ਹਥਿਆਰ ਰੱਖਣਾ, ਹਥਿਆਰ ਰੱਖ ਕੇ ਕਿਸੇ ਦੀ ਇੱਜ਼ਤ ਲੁੱਟਣੀ, ਕਿਸੇ ਦੀ ਦੁਕਾਨ ਲੁੱਟਣੀ, ਕਿਸੇ ਤੇ ਬਦਮਾਸ਼ੀ ਕਰਨੀ ਪਾਪ ਹੈ। ਹਥਿਆਰ ਰੱਖ ਕੇ ਆਪਣੀ ਸਵੈ ਰੱਖਿਆ ਕਰਨੀ, ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਕਿਸੇ ਦੁਸ਼ਟ ਨੂੰ ਸਜ਼ਾ ਦੇਣੀ, ਇਹ ਵੱਡਾ ਪੁੰਨ ਹੈ। 1984 ਦੇ ਵਿੱਚ ਅਸੀਂ ਇਹ ਬੇਨਤੀ ਤਾਂ ਕਰੀ ਹੈ ਪੰਜਾਬੀਆਂ ਨੂੰ ਵੀ ਸ਼ਾਸਤਰਧਾਰੀ ਹੋਵੋ। 1984 'ਚ ਜਦੋਂ ਦੰਗੇ ਹੋਏ, ਕਿਉਂਕਿ ਮੋਦੀ ਇੱਥੇ ਵੀ ਦੰਗੇ ਕਰਾ ਸਕਦਾ ਹਿੰਦੂ ਸਿੱਖਾਂ ਦੇ। 1984 'ਚ ਜਦੋਂ ਦੰਗੇ ਹੋਏ, ਦਿੱਲੀ 'ਚ ਉਹ ਬਚਿਆ ਜਿਹਦੇ ਕੋਲੇ ਹਥਿਆਰ ਸੀ, ਨਹੀਂ ਸਭ ਸਿੱਖ ਮਾਰੇ ਗਏ। ਸ਼੍ਰੀ ਸਾਹਿਬ ਹੈ ਜਿਹੜੀ, ਇਹ ਵੀ ਅਕਾਲ ਪੁਰਖ ਦੇ ਹੱਥ ਵਿੱਚ ਵੀ ਸ਼੍ਰੀ ਸਾਹਿਬ ਹੈ। ਅਕਾਲ ਪੁਰਖ ਨੂੰ ਵੀ ਖੜਗ ਖੇਤ ਕਿਹਾ ਜਾਂਦਾ ਬਾਣੀ 'ਚ, ਖੜਗ ਖੇਤ ਮੈਂ ਸ਼ਰਨ ਤੁਹਾਰੀ, ਕਿ ਸ਼੍ਰੀ ਸਾਹਿਬ ਦੇ ਨਿਸ਼ਾਨ ਵਾਲਾ ਅਕਾਲ ਪੁਰਖ ਹੈ। ਜੇ ਤੁਸੀਂ ਹੋਰ ਨਹੀਂ ਸ਼ਸਤਰ ਲੈ ਸਕਦੇ, ਕਮ ਸੇ ਕਮ ਸ਼੍ਰੀ ਸਾਹਿਬ ਤਾਂ ਪਹਿਨੋ ਨਾ। ਜਦੋਂ ਬੱਚੇ ਨੇ ਸਿੱਖਾਂ ਦੇ ਘਰੇ ਜਿਹੜਾ ਜੰਮਿਆ, ਹਿੰਦੂ ਆਪਣੇ ਧਰਮ ਦੇ ਮੁਤਾਬਕ ਪੱਕਾ ਹੋਵੇ, ਸਿੱਖ ਆਪਣੇ ਧਰਮ ਦੇ ਮੁਤਾਬਕ ਪੱਕਾ ਹੋਵੇ। ਜਦੋਂ ਬੱਚੇ ਨੇ ਸਿੱਖਾਂ ਦੇ ਘਰੇ ਜੰਮਣ ਵਾਲੇ ਨੇ ਅੰਮ੍ਰਿਤ ਛਕ ਲਿਆ, ਰਹਿਤ ਰੱਖ ਲਈ, ਤਾਂ ਖਾਲਸਾ ਰਾਜ ਮੰਗਣ ਦੀ ਲੋੜ ਨਹੀਂ ਰਹਿਣੀ, ਖਾਲਸਾ ਰਾਜ ਆਪਣੇ ਆਪ ਹੋ ਜਾਵੇਗਾ। ਜਿੰਨਾ ਸਮਾਂ ਅਸੀਂ ਅੰਮ੍ਰਿਤ ਨਹੀਂ ਛਕਾਂਗੇ, ਗੁਰੂ ਵਾਲੇ ਨਹੀਂ ਬਣਾਂਗੇ, ਤਾਂ ਦਰ ਦੀਆਂ ਠੋਕਰਾਂ ਖਾਵਾਂਗੇ। ਗੁਰੂ ਦਾ ਹੁਕਮ ਹੈ, ਰਹਿਤ ਬਿਨਾਂ ਨਹਿ ਸਿੱਖ ਕਹਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੈ। ਰਹਿਤ ਤੋਂ ਬਿਨਾਂ ਜਿਹੜਾ ਸਿੱਖ ਹੈ ਦਰ ਧੱਕੇ ਤੇ ਚੋਟਾਂ ਖਾਂਦਾ ਫਿਰਦਾ। ਸੋ ਜੇ ਅਣਖ ਨਾਲ ਜਿਉਣਾ ਹੈ ਤਾਂ ਸ਼ਹੀਦਾਂ ਨੂੰ ਜ਼ਰੂਰ ਯਾਦ ਰੱਖੋ, ਉਦਮ ਸਿੰਘ ਨੂੰ ਯਾਦ ਰੱਖੋ, ਭਗਤ ਸਿੰਘ ਨੂੰ ਯਾਦ ਰੱਖੋ, ਤੇ ਸੰਤ ਬਾਬਾ ਜਰਨੈਲ ਸਿੰਘ ਨੂੰ ਤਾਂ ਕਦੇ ਵੀ ਨਾ ਭੁੱਲਿਓ ਜੇ ਅਣਖ ਨਾਲ ਜਿਉਣਾ ਚਾਹੁੰਦੇ ਹੋ। ਨਹੀਂ ਫਿਰ ਬੇਗੈਰਤ ਹੋ ਕੇ ਜਿੱਥੇ ਮਰਜ਼ੀ ਛੱਤਰ ਖਾਂਦੇ ਫਿਰੋ, ਕਿਸੇ ਨੇ ਪੁੱਛਣਾ ਨਹੀਂ। ਹਥਿਆਰਾਂ ਦੀ ਗੱਲ ਤੁਸੀਂ ਆਪ ਹੀ ਕਰ ਲਈ ਹੈ। ਹਥਿਆਰ ਦੀ ਜੇਕਰ ਗੱਲ ਕਰ ਲਈਏ, ਸੋ ਮੈਂ ਫਿਰ ਬਾਬਿਆਂ ਤੇ ਆਉਂਗੀ। ਤੁਸੀਂ ਕਹਿਣਾ ਕਿ ਅੱਜ ਬਾਬਿਆਂ ਤੇ ਬਹੁਤ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਇਹ ਜਿੱਦਾਂ ਹਥਿਆਰਾਂ ਦੀ ਗੱਲ ਤੁਸੀਂ ਕੀਤੀ ਹੈ, ਹੁਣ ਅੱਗੇ ਜਵਾਬ ਮੈਂ ਮੰਗੂਗੀ ਤੁਹਾਡੇ ਤੋਂ ਹੀ। ਸਵਾਲ ਮੇਰਾ ਇਹ ਹੈ ਕਿ ਬਹੁਤ ਸਾਰੇ ਬਾਬੇ ਹਥਿਆਰ ਚਲੋ ਰੱਖ ਲੈਂਦੇ ਆ, ਪਰ ਗਨਮੈਨ ਕਿਉਂ ਰੱਖਦੇ ਆ ਨਾਲ? ਜ਼ਰੂਰੀ ਹੋ ਜਾਂਦੇ ਆ ਉਹਨਾਂ ਨੂੰ? ਕਿਉਂਕਿ ਜੇਕਰ ਤੁਸੀਂ 6ਵੇਂ ਪਾਤਸ਼ਾਹ ਦੀ ਗੱਲ ਕੀਤੀ ਕਿ ਸਾਨੂੰ 6ਵੇਂ ਪਾਤਸ਼ਾਹ ਉਹਨਾਂ ਨੇ ਹੀ ਜਿਹੜੇ ਹਥਿਆਰ ਬਖਸ਼ੇ ਨੇ, ਮੀਰੀ ਪੀਰੀ ਦੋ ਤਲਵਾਰਾਂ ਉਹਨਾਂ ਨੇ ਧਾਰਨ ਕੀਤੀਆਂ ਸੀ, ਪਰ ਮਹਾਰਾਜ ਨੇ ਤਾਂ ਕੋਈ ਗਨਮੈਨ ਰੱਖਿਆ ਹੀ ਨਹੀਂ। ਬਿਲਕੁਲ, ਮਹਾਰਾਜ ਨਾਲ ਬੀਬਾ ਜੀ ਕਿੰਨੇ, ਜਿਹੜੀ ਫੌਜ ਸੀ ਮਹਾਰਾਜ ਨਾਲ ਕਿੰਨੇ ਗਨਮੈਨ ਸੀ, ਸਾਰੇ ਬਾਡੀਗਾਰਡ ਸੀਗੇ। 6ਵੇਂ ਪਾਤਸ਼ਾਹ ਨੇ 52 ਬਾਡੀਗਾਰਡ ਤਾਂ ਐਸੇ ਰੱਖੇ ਜਿਵੇਂ ਹੁਣ ਕਮਾਂਡੋ ਦੱਸਦੇ ਨੇਗੇ, ਇਸ ਤਰ੍ਹਾਂ ਦੇ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਨੇ ਕਰਨ ਵਾਲਿਆਂ ਨੂੰ ਰੋਕਣ ਦੀ ਲੜੀ। ਹੋ ਸਕਦਾ ਹੁਣ ਜਿਹੜੇ ਪੰਥ ਵਿਰੋਧੀ ਨੇ, ਹੁਣ ਅਸੀਂ ਬੀਜੇਪੀ ਤੇ ਅਟੈਕ ਕਰਦੇ ਹਾਂ, ਹੋ ਸਕਦਾ ਸਾਡੇ ਤੇ ਅਟੈਕ ਕਰਨ, ਤੇ ਨਾਲ ਤਿਆਰ ਬਰਤਿਆਰ ਤਾਂ ਸ਼ਾਸਤਰਧਾਰੀ ਹੋਣੇ ਚਾਹੀਦੇ ਨੇ ਨਾ। ਇਹ ਤੁਹਾਡੇ ਸਵਾਲ ਦਾ ਜਵਾਬ ਹੈਗਾ ਕਿ ਗਨਮੈਨ ਹਥਿਆਰ ਰੱਖਣੇ ਬਿਲਕੁਲ ਚੜ੍ਹਦੀ ਕਲਾ ਵਾਲੇ ਸਿੰਘ ਨਾਲ ਰੱਖਣੇ ਚਾਹੀਦੇ ਨੇ। ਸੰਤ ਜਰਨੈਲ ਸਿੰਘ ਨੇ ਵੀ ਰੱਖੇ। ਜ਼ਰੂਰੀ ਹੈ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ ਨਾਲ ਰੱਖਣਾ, ਹਥਿਆਰ ਰੱਖਣੇ, ਬਾਡੀਗਾਰਡ ਰੱਖਣੇ ਆਪਣੀ ਸੁਰੱਖਿਆ ਵਾਸਤੇ। ਇਹ ਨਾ ਕਹੋ ਕਿ ਮੌਤ ਤਾਂ ਆਊ ਜੀ, ਮੌਤ ਤੋਂ ਡਰਦੇ ਨੇ। ਮੌਤ ਸਾਨੂੰ ਪਤਾ ਟੱਲ ਸੱਚਾਈ ਹੈ, ਮੌਤ ਤਾਂ ਆਉਣੀ ਹੈ, ਪਰ ਇਹ ਗੁਰੂ ਦਾ ਹੁਕਮ ਹੈ ਕਿ ਬਿਨਾਂ ਹਥਿਆਰ ਤੋਂ ਸਿੱਖਾ ਤੂੰ ਭੇਡ ਦੇ ਸਮਾਨ ਹੈ। ਸ਼ਾਸਤਰਧਾਰੀ ਨਾਲ ਸਿੰਘ ਰੱਖਣੇ ਕੋਈ ਗਲਤ ਗੱਲ ਨਹੀਂ ਕੋਈ। ਹਾਂਜੀ, ਜੇ ਕੋਈ ਮਤਲਬ ਕੋਈ ਗਲਤ ਕੰਮ ਕਰਦਾ ਹੈ, ਆਪਣੇ ਬਾਡੀਗਾਰਡਸ ਤੋਂ ਕੋਈ ਬਦਮਾਸ਼ੀ ਕਰਾਉਂਦਾ, ਉਹਦੇ ਲਈ ਗਲਤ ਹੈ।
ਹਾਂਜੀ। ਹੁਣ ਤੁਸੀਂ ਗੱਲ ਕਰ ਰਹੇ ਹੋ ਫਿਰ ਕਿਸਾਨਾਂ ਦੀ, ਉਹਦੇ ਵੱਲ ਇੱਕ ਵਾਰੀ ਫਿਰ ਤੋਂ ਆ ਜਾਂਦੇ ਹਾਂ। ਜਿੱਦਾਂ ਕਿਸਾਨੀ ਦੀ ਗੱਲ ਕੀਤੀ ਹੈ, ਬਹੁਤ ਸਾਰੇ ਕਿਸਾਨ ਨੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਜਿਹੜੇ ਉਹਨਾਂ ਦੀ ਮੌਤ ਵੀ ਹੋਈ ਹੈ। ਸੋ ਬਹੁਤ ਸਾਰੇ ਕਿਸਾਨ ਵੀਰ ਹਾਲੇ ਵੀ ਸੜਕਾਂ ਤੇ ਨੇ, ਰੇਲ ਪਟੜੀਆਂ ਤੇ ਮੌਜੂਦ ਨੇ। ਕੀ ਲੱਗਦਾ ਹੈ ਕਿ ਜੇਕਰ ਮੋਦੀ ਨਾ ਚੁੱਕਿਆ, ਇਸ ਕਾਲੇ ਕਾਨੂੰਨ ਨੂੰ ਵਾਪਸ ਨਾ ਲਿਆ ਗਿਆ, ਤਾਂ ਫਿਰ ਕਿਸਾਨਾਂ ਦੀ ਰਣਨੀਤੀ ਕੀ ਹੋਵੇਗੀ? ਤੁਹਾਡਾ ਕੀ ਸੋਚਣਾ ਹੈ ਕਿ ਕਿਸਾਨ ਕੀ ਕਰਨ ਫਿਰ? ਅਸੀਂ ਕਿਸਾਨਾਂ ਨੂੰ ਇਹ ਕਹਿਣੇ ਆ ਵੀ ਇਹਨਾਂ ਲੁਟੇਰਿਆਂ ਅੱਗੇ ਹੱਥ ਅੱਡਣ ਦੀ ਬਜਾਏ 2022 ਚ ਕਿਸਾਨ ਜਥੇਬੰਦੀਆਂ 31 ਨੇ ਨਾ, ਜੇ ਤੁਸੀਂ ਦੋ ਬੰਦੇ ਵੀ ਆਪਣੇ ਖੜੇ ਕਰ ਲਓਗੇ ਤਾਂ ਤੁਸੀਂ ਸਰਕਾਰ ਬਣਾ ਲਓਗੇ। ਤੁਸੀਂ ਆਪ ਚੋਣਾਂ ਕਿਉਂ ਨਹੀਂ ਲੜਦੇ? ਕਿਸਾਨਾਂ ਨੂੰ ਤਾਂ ਸਾਡੀ ਬੇਨਤੀ ਹੈ ਵੀ ਤੁਸੀਂ ਆਪ ਪੋਲੀਟੀਕਲ ਪਾਵਰ ਹਾਸਲ ਕਰੋ, ਆਪ ਚੋਣਾਂ ਲੜੋ। ਸਾਡੀ ਤਾਂ ਇਹ ਬੇਨਤੀ ਆ ਕਿਸਾਨਾਂ ਨੂੰ, ਬਾਕੀ ਅੱਗੇ ਉਹਨਾਂ ਦੀ ਮਰਜ਼ੀ ਆ, ਮੰਨਣੀ ਨਾ ਮੰਨਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣੀ ਸੋਮਵਾਰ ਨੂੰ ਯਾਨੀ ਕਿ 19 ਅਕਤੂਬਰ ਨੂੰ ਸਪੈਸ਼ਲ ਇਜਲਾਸ ਬੁਲਾ ਰਹੇ ਨੇ ਇਸੇ ਮੁੱਦੇ ਤੇ। ਬਹੁਤ ਵਧੀਆ ਗੱਲ ਹੈ। ਇੱਕ ਵਾਰ ਤਾਂ ਉਹ ਮੁੱਕਰ ਗਏ ਸੀ, ਜੇ ਹੁਣ ਦੁਬਾਰੇ ਉਹ ਬੁਲਾ ਰਹੇ ਨੇ ਤਾਂ ਚੰਗੀ ਗੱਲ ਹੈ। ਉਹਨਾਂ ਕੋਲੇ ਪਾਵਰ ਹੈ, ਉਹ ਰੱਦ ਕਰ ਸਕਦੇ ਨੇ ਇਹਨਾਂ ਕਾਲੇ ਕਾਨੂੰਨਾਂ ਨੂੰ। ਪਰ ਮੋਦੀ ਤੋਂ ਅਸੀਂ ਆਸ ਨਹੀਂ ਲਾ ਸਕਦੇ। 70% ਵਾਪਸ ਨਹੀਂ ਲਵੇਗਾ, 30% ਕੋਈ ਕ੍ਰਿਸ਼ਮਾ ਹੋ ਜੇ ਵਾਪਸ ਲੈ ਲੇ, ਕਿਉਂਕਿ ਉਹਦੀ ਜਿਹੜੀ ਬਦਨੀਤੀ ਹੈ ਉਹ ਤੁਹਾਨੂੰ ਦੱਸਤੀ ਵੀ 2002 ਤੋਂ ਉਹਦੀ ਬੈਕਗਰਾਉਂਡ ਅੱਛੀ ਨਹੀਂ, ਬਹੁਤੀ ਮਾੜੀ ਉਹ ਬੈਕਗਰਾਉਂਡ ਹੈ ਉਹਦੀ। ਵੈਸੇ ਹੁਣ ਮੋਦੀ ਨੇ ਇਹ ਲੈ ਆਂਦੇ ਕਾਲੇ ਕਾਨੂੰਨ, ਹੁਣ ਪੰਜਾਬ 'ਚ ਵੀ ਵਿਰੋਧ ਹੋ ਰਿਹਾ, ਦੇਸ਼ 'ਚ ਵੀ ਵਿਰੋਧ ਹੋ ਰਿਹਾ, ਜਿੱਥੇ ਹਰਿਆਣਾ ਦੇ ਕਿਸਾਨ ਵੀ ਵਿਰੋਧ ਕਰ ਰਹੇ ਨੇ, ਜਿੱਥੇ ਜਿੱਥੇ ਕਿਸਾਨ ਨੇ ਇਸ ਬਿੱਲ ਦਾ ਵਿਰੋਧ, ਇਸ ਕਾਨੂੰਨ ਦਾ ਜਿਹੜਾ ਵਿਰੋਧ ਹੋ ਰਿਹਾ, ਕੀ ਲੱਗਦਾ ਹੈ ਕਿ ਅਗਲਾ ਭਵਿੱਖ ਕੀ ਹੋਏਗਾ ਮੋਦੀ ਦਾ? ਮੋਦੀ ਦਾ ਭਵਿੱਖ ਤਾਂ ਇਹੀ ਹੋਏਗਾ ਜਿੱਦਾਂ ਦੂਜੇ ਦੁਸ਼ਟ ਗਏ ਨੇ ਸੰਸਾਰ ਤੋਂ, ਇਸੇ ਰਾਹ ਜਾਊਗਾ। ਜੇ ਬੰਦੇ ਦਾ ਪੁੱਤ ਨਾ ਬਣਿਆ ਨਾ ਤਾਂ ਯਾਦ ਰੱਖਿਓ ਉਹਦੀ ਹੱਡੀ ਵੀ ਨਹੀਂ ਲੱਭਣੀ। ਜਦੋਂ ਚਰਨ ਪਾਪ ਦੀਆਂ ਜੰਝਾਂ ਭੁੱਖੀਆਂ ਚੰਮਦੀਆਂ, ਜਦੋਂ ਅਪੀਲ ਦਲੀਲਾਂ ਨਾ ਕਾਸੇ ਕੰਮ ਦੀਆਂ, ਜਦੋਂ ਜ਼ੁਲਮ ਮਨੁੱਖਤਾ ਦੀ ਇੱਜ਼ਤ ਲੁੱਟਦਾ ਹੈ, ਉਸ ਗਰਭ ਚੋਂ ਸਦਾ ਬੰਦੂਕਾਂ ਜੰਮਦੀਆਂ। ਯਾਦ ਰੱਖਿਓ, ਐਕਸ਼ਨ ਦੇ ਉਲਟ ਰਿਐਕਸ਼ਨ ਹੁੰਦਾ ਹੈ। ਹੁਣ ਅੱਕਿਆ ਹੋਏ ਹੋਰ ਕਰਨਗੇ ਕੀ ਕਿਸਾਨ ਜਦੋਂ ਹੋਰ ਕੋਈ ਰਾਹ ਨਾ ਰਿਹਾ? ਸੋ ਇਸ ਕਰਕੇ ਅਜੇ ਵੀ ਸੁਧਰ ਜਾਵੇ ਮੋਦੀ। ਇਹ ਪੰਜਾਬੀ ਉਹ ਨੇ ਜਿਨ੍ਹਾਂ ਨੇ ਲੰਡਨ ਦੇ ਵਿੱਚ ਜਾ ਕੇ 1940 ਚ 1919 ਦਾ ਕਾਂਡ ਹੋਇਆ, 21 ਸਾਲਾਂ ਬਾਅਦ ਬਦਲਾ ਲੈ ਲਿਆ ਸੀ। ਇਹ ਕੋਈ ਤੇਰੇ ਬਿਹਾਰ ਵਾਲੇ ਨਹੀਂ ਵੀ ਚੁੱਪ ਕਰਕੇ ਬਹਿ ਜਾਣਗੇ। ਇਹ ਅਣਖੀਲੇ ਪੰਜਾਬੀ ਨੇ। ਇੱਕ ਮਤਲਬ ਜਿਵੇਂ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ ਨੇ ਨਾ, ਉਹਨਾਂ ਦੇ ਛੱਤੇ ਨੂੰ, ਜ਼ਹਿਰੀਲੀਆਂ ਮੱਖੀਆਂ ਦੇ ਛੱਤੇ ਨੂੰ ਛੇੜ ਲਿਆ ਮੋਦੀ ਨੇ। ਹੁਣ ਲੜਾਈ ਆਰ ਪਾਰ ਦੀ ਹੈ। ਕਿਸਾਨ ਆਪ ਚੋਣਾਂ ਲੜਨ ਵਾਸਤੇ ਤਿਆਰੀ ਕਰਨ, ਕਿਸੇ ਤੇ ਵਿਸ਼ਵਾਸ ਨਾ ਕਰਨ। ਗੁਰਬਾਣੀ ਦਾ ਵਚਨ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਹੁਣ ਜੋ ਅੱਜ ਅਸੀਂ ਮੋਦੀ ਬਾਰੇ ਬੋਲੇ ਹੈ, ਕਈ ਮੋਦੀ ਭਗਤਾਂ ਨੇ ਸਾਨੂੰ ਕਮੈਂਟਸ ਵਿੱਚ ਗਾਲਾਂ ਵੀ ਦੇਣੀਆਂ, ਸਾਨੂੰ ਪਤਾ ਹੈ। ਪਰ ਦੇਖੋ, ਕੋਈ ਭਲਾ ਕਹੋ ਭਾਵੇਂ ਕੋਈ ਬੁਰਾ ਕਹੋ, ਹਮਤਨ ਦੀਓ ਹੈ ਢਾਰ। ਕੋਈ ਮਾੜਾ ਕਹੇ ਚੰਗਾ ਕਹੇ, ਪਰ ਸੱਚ ਤਾਂ ਕਹੀ ਜਾਂਦਾ ਨਾ। ਪਰ ਫਿਰ ਵੀ ਜੇ ਕਿਸੇ ਮੋਦੀ ਭਗਤ ਨੂੰ ਕੋਈ ਸ਼ੰਕਾ ਹੋਵੇ ਸਾਡੀ ਕਿਸੇ ਵੀ ਗੱਲ ਤੇ, ਕਿਉਂ ਘਰ ਤਾਂ ਆਪਣੇ ਹਰ ਕੋਈ ਸ਼ੇਰ ਹੁੰਦਾ ਹੈ, ਤਾਂ ਕਮੈਂਟ ਮਾੜੇ ਕਰਨ ਦੀ ਬਜਾਏ ਨਾਭਾ ਤੋਂ ਭਵਾਨੀਗੜ੍ਹ ਰੋਡ ਤੇ ਸਥਾਨ ਹੈ, ਉੱਥੇ ਆ ਕੇ ਸਾਨੂੰ ਮਿਲ ਸਕਦਾ। ਨਾਲੇ ਤਾਂ ਸੇਵਾ ਕਰਾਂਗੇ ਆਪਾਂ, ਨਾਲੇ ਬਚਨ ਬਲਾਸ ਕਰ ਲਾਂਗੇ। ਜੇ ਕਿਸੇ ਨੂੰ ਕੋਈ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਹੋਵੇ ਸਾਡੀਆਂ ਗੱਲਾਂ ਤੋਂ, ਉਹ ਸਾਨੂੰ ਡਾਇਰੈਕਟਲੀ ਮਿਲ ਸਕਦਾ ਆ ਕੇ। ਇਹ ਸਿੱਧਾ ਚੈਲੰਜ ਕੀਤਾ ਜਾ ਰਿਹਾ ਮੋਦੀ ਭਗਤਾਂ ਨੂੰ। ਬਿਲਕੁਲ। ਜੇ ਕਿਸੇ ਮੋਦੀ ਭਗਤ ਨੂੰ ਕੋਈ ਸੰਤ ਜਰਨੈਲ ਸਿੰਘ ਦੀ ਫੋਟੋ ਤੇ ਇਤਰਾਜ਼ ਹੈ, ਕੋਈ ਕਿਸਾਨਾਂ ਦੇ ਮੁੱਦੇ ਤੇ ਇਤਰਾਜ਼ ਹੈ, ਕੋਈ ਸਾਡੇ ਬੋਲਣ ਤੇ ਇਤਰਾਜ਼ ਹੈ, ਤਾਂ ਹੀ ਕੈਨ ਮੀਟ ਵਿਦ ਮੀ। ਤੁਸੀਂ ਕਿਹਾ ਸੇਵਾ ਕਰਾਂਗੇ, ਸੇਵਾ ਕਿਹੜੀ ਇਹ ਕਰਾਂਗੇ? ਸਮਾਂ ਦੱਸੇਗਾ। ਸੇਵਾ ਬਹੁਤ ਤਰ੍ਹਾਂ ਦੀ ਹੁੰਦੀ ਹੈ। ਜੋ ਇਤਿਹਾਸ ਵਿੱਚ ਅਸੀਂ ਪੜ੍ਹਿਆ ਹੈ, ਵਿਗੜਿਆ ਬੰਦਾ ਡੰਡੇ ਜਾਂ ਟੰਬੇ ਬਿਨਾਂ ਠੀਕ ਨਹੀਂ ਆਉਂਦਾ। ਕਿਉਂ ਘਰ ਬਹਿ ਕੇ ਤਾਂ ਕਮੈਂਟ ਕਰਨੇ, ਧੀਆਂ ਭੈਣਾਂ ਦੀਆਂ ਗਾਲਾਂ ਕੱਢਣੀਆਂ, ਤਾਂ ਕੋਈ ਬਹਾਦਰੀ ਨਹੀਂ ਨਾ। ਸਾਹਮਣੇ ਆ ਕੇ ਡਿਸਕਸ਼ਨ ਕਰੇ ਮੁੱਦੇ ਤੇ, ਅਸੀਂ ਆਪਣੀ ਵਿਚਾਰ ਦੇਵਾਂਗੇ, ਅਗਲਾ ਆਪਣੇ ਦੇਵੇ। ਫਿਰ ਇਹ ਕਿਹਾ ਜਾਊਗਾ ਕਿ ਬਾਬੇ ਗੁੰਡਾਗਰਦੀ ਕਰਦੇ ਨੇ? ਕੋਈ ਗੁੰਡਾਗਰਦੀ ਨਹੀਂ ਬੀਬਾ ਜੀ। ਜੋ ਸਾਡੇ ਬਾਬਾ ਜਰਨੈਲ ਸਿੰਘ ਖਾਲਸਾ ਬਾਰੇ ਖਿਲਾਫ ਬੋਲੂਗਾ, ਜੋ ਸਾਡੇ ਕਿਸਾਨਾਂ ਨਾਲ ਧੱਕਾ ਕਰੂਗਾ, ਅਸੀਂ ਤਾਂ ਡਟ ਕੇ ਖੜਾਂਗੇ ਉਹਦੇ ਨਾਲ। ਕਿਉਂਕਿ ਅਸੀਂ ਫਾਰਮਰ ਹਾਂ, ਕਿਸਾਨ ਹਾਂ। ਸਾਨੂੰ ਪਤਾ ਹੈ 100 ਰੁਪਈਆ ਵੀ ਗਰੀਬ ਕਿਸਾਨ ਨੂੰ ਕਿਵੇਂ ਬਣਦਾ, ਕਿੰਨਾ ਖੂਨ ਪਸੀਨਾ ਬਹਾਉਣਾ ਪੈਂਦਾ। ਅਸੀਂ ਤਾਂ ਡਟ ਕੇ ਕਿਸਾਨਾਂ ਨਾਲ ਖੜਾਂਗੇ। ਜਿਵੇਂ ਤੁਸੀਂ ਗੱਲ ਕੀਤੀ ਕਿ ਕਿਸਾਨਾਂ ਦੇ ਨਾਲ ਡਟ ਕੇ ਖੜਾਂਗੇ, ਪਹਿਲਾਂ ਤੁਸੀਂ ਗੱਲ ਕੀਤੀ ਸੀ ਕਿ ਮੀਡੀਆ ਵਾਲੇ ਕਲਾਕਾਰਾਂ ਦੇ ਮੂੰਹ 'ਚ ਜਾ ਕੇ ਮਾਈਕ ਧੁੰਦੇ ਨੇ, ਹਨਾ। ਸੋ ਜੇਕਰ ਗੱਲ ਕੀਤੀ ਉਹ ਸਾਰੇ ਇਕੱਠੇ ਹੋ ਕੇ ਆਏ, ਕੋਈ ਸ਼ੰਭੂ ਬਾਰਡਰ ਤੇ ਚਲਾ ਗਿਆ,
ਕੋਈ ਬਠਿੰਡੇ ਚਲਾ ਗਿਆ, ਕੋਈ ਕਿਤੇ ਧਰਨੇ ਤੇ ਸੀ, ਕੋਈ ਕਿਤੇ ਧਰਨੇ ਤੇ ਸੀਗਾ। ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ, ਜੇਕਰ ਬਾਬੇ ਵੀ ਇੱਕੋ ਮੰਚ ਤੇ ਪਹਿਲਾਂ ਇਕੱਠੇ ਹੋ ਕੇ ਮੀਟਿੰਗ ਕਰਨ ਕਿ ਆਪਾਂ ਸਾਰੇ, ਸਾਨੂੰ ਸੰਗਤ ਆ ਕੇ ਮੱਥਾ ਟੇਕਦੀ ਹੈ, ਸਾਡੇ ਉਪਦੇਸ਼ ਨੂੰ ਜਿਹੜਾ ਮੰਨਿਆ ਜਾਂਦਾ ਹੈ, ਬਹੁਤ ਸਾਰੀਆਂ ਬੀਬੀਆਂ ਵੀ ਹੁੰਦੀਆਂ ਨੇ, ਬਹੁਤ ਸਾਰੇ ਭਾਈ ਹੁੰਦੇ, ਵੀਰ ਹੁੰਦੇ ਨੇ, ਉਹ ਤੁਹਾਡੇ ਉਪਦੇਸ਼ ਸੁਣਨ ਤੋਂ ਬਾਅਦ ਉਹਨੂੰ ਲਾਗੂ ਕਰਦੇ ਨੇ। ਜੇ ਤੁਸੀਂ ਕਹਿੰਦੇ ਹੋ ਕਿ ਵੀਰਵਾਰ ਨੂੰ ਆ ਕੇ ਦੀਵਾਨ ਭਰਿਓ ਜਾਂ ਐਤਵਾਰ ਨੂੰ ਆ ਕੇ ਚੌਂਕੀਆਂ ਭਰਿਓ, ਤਾਂ ਭਰਦੇ ਨੇ। ਤੇ ਜੇ ਤੁਸੀਂ ਸਾਰੇ ਇੱਕੋ ਮੰਚ ਤੇ ਇਕੱਠੇ ਹੋ ਕੇ ਜਾਓ, ਤੇ ਕੀ ਲੱਗਦਾ ਹੈ ਕਿ ਇਹ ਸੰਘਰਸ਼ ਜਿਹੜਾ ਕੁਝ ਹੋਰ ਰੂਪ ਅਖਤਿਆਰ ਕਰੇਗਾ? ਬਿਲਕੁਲ, ਸਾਰੇ ਸੰਤ ਮਹਾਤਮਾ ਤੁਹਾਨੂੰ ਦੱਸਿਆ ਧਰਨਿਆਂ 'ਚ ਜਾ ਰਹੇ ਨੇ। ਅਸੀਂ ਇਕੱਠੇ ਹੋਣ ਦੀ ਇੱਕ ਮੰਚ ਤੇ, ਜਿੱਦਾਂ ਕਲਾਕਾਰ ਇੱਕ ਮੰਚ ਤੇ ਇਕੱਠੇ ਹੋ ਕੇ ਉਤਰੇ ਨੇ, ਸਾਰੇ ਇੱਕੋ ਮੰਚ ਤੇ ਆਏ ਨੇ, ਰਣਜੀਤ ਬਾਵਾ, ਸੰਦੀਪ ਸਿੱਧੂ ਹੋਣੀ, ਹਰਭਜਨ ਮਾਨ ਹੋਣੀ, ਸਾਰੇ ਵੱਡੇ ਤੋਂ ਛੋਟੇ ਤੱਕ ਕਲਾਕਾਰ ਇੱਕ ਮੰਚ ਤੇ ਸੀ। ਅਸੀਂ ਜਿਹੜੇ ਕਲਾਕਾਰ ਆਏ ਨੇ ਨਾ, ਉਹਨਾਂ ਨੂੰ ਅਸੀਂ ਮਾੜਾ ਨਹੀਂ ਕਿਹਾ ਇੰਟਰਵਿਊ 'ਚ। ਇੱਥੋਂ ਤੱਕ ਵੀ ਅਸੀਂ ਕਿਹਾ ਵੀ ਜਿਵੇਂ ਕੋਈ ਕਲਾਕਾਰ ਕਿਸੇ ਧਰਨੇ 'ਚ ਜਾਂਦਾ ਹੈ, ਕਈ ਕਿਸਾਨ ਕਹਿ ਦਿੰਦੇ ਨੇ ਵੀ ਇਹ ਲੈਕਚਰ ਆ ਗਏ ਜਾਂ ਹੋਰ, ਉਹਦੀ ਬੇਇੱਜ਼ਤੀ ਨਾ ਕਰੋ, ਉਹਨੂੰ ਐਪਰੀਸ਼ੀਏਟ ਕਰੋ। ਘਰ ਆਇਆ ਮਾਂ ਜਾਇਆ। ਸੋ ਜਿਹੜੇ ਨਹੀਂ ਆਏ, ਜਿਵੇਂ ਜਿਹੜੇ ਕਿ ਮਤਲਬ ਜਿਵੇਂ ਗੁਰਦਾਸ ਮਾਨ ਹੈ ਜਾਂ ਦਲੇਰ ਮਹਿੰਦੀ ਹੈ, ਜਿਨ੍ਹਾਂ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਨਹੀਂ ਕਰੀ, ਅਸੀਂ ਇਹਨਾਂ ਦੋਨਾਂ ਦਾ ਨਾਂ ਲੈ ਕੇ ਕਿਹਾ ਵੀ ਤੁਸੀਂ ਕਿਉਂ ਇਦਾਂ ਕਰਿਆ, ਤੁਹਾਡਾ ਵੀ ਹੱਕ ਬਣਦਾ। ਬਾਕੀ ਵਾਹਿਗੁਰੂ ਕਿਰਪਾ ਕਰੇ, ਸੰਤ ਸਮਾਜ ਸਾਰੇ ਧਰਨਿਆਂ 'ਚ ਜਾ ਰਿਹਾ, ਲੰਗਰ ਵੀ ਵਰਤਾ ਰਹੇ ਨੇ, ਜੋ ਅਸੀਂ ਆਪਣੀ ਅੱਖਾਂ ਨਾਲ ਦੇਖਿਆ। ਇਹ ਨਹੀਂ ਅਸੀਂ ਕੋਈ ਕ੍ਰੈਡਿਟ, ਇਹ ਕੋਈ ਕ੍ਰੈਡਿਟ ਗੇਮ ਨਹੀਂ ਹੈ। ਇਹ ਤਾਂ ਮਤਲਬ ਇੱਕ ਦਿਲ ਨੂੰ ਟੁੰਬਣ ਵਾਲੀ ਜੋ ਗੱਲ ਪੰਜਾਬ 'ਚ ਵਾਪਰੀ ਹੋਈ ਹੈ, ਕਿਉਂਕਿ ਕਿਸਾਨ ਦੀ ਜ਼ਮੀਨ ਮਾਂ ਹੈ, ਜੇ ਮਾਂ ਗਈ ਕਿਸਾਨ ਖਤਮ ਹੈ, ਵਪਾਰਕ ਅਦਾਰੇ ਖਤਮ, ਸ਼ਹਿਰੀ, ਇਹ ਲੋਕ ਵਿਰੋਧੀ ਬਿੱਲ ਹੈ, ਨਾ ਕਿ ਕਿਸਾਨ ਵਿਰੋਧੀ ਬਿੱਲ ਹੈ। ਸ਼ਹਿਰੀਆਂ ਨੂੰ ਵੀ ਜਿਹੜੇ ਮੋਦੀ ਭਗਤ ਬਣੇ ਫਿਰਦੇ ਹੈ, ਉਹਨਾਂ ਨੂੰ ਚਾਹੀਦਾ ਕਿਸਾਨਾਂ ਦਾ ਸਾਥ ਦੇਣ, ਉਹ ਵੀ ਮਾਰੇ ਜਾਣਗੇ ਜਦੋਂ ਕਿਸਾਨ ਹੀ ਖਤਮ ਹੋ ਗਿਆ। ਸੋ ਇਸ ਕਰਕੇ ਸਾਰੇ ਸੰਤ ਮਹਾਤਮਾ ਜਾ ਰਹੇ ਨੇ। ਬਾਕੀ ਤੁਹਾਡੇ ਚੈਨਲ ਜਰੀਏ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਆਪਾਂ ਹੋਰ ਵੱਧ ਚੜ੍ਹ ਕੇ ਲੰਗਰ ਦੀ ਸੇਵਾ ਤੇ ਵੱਧ ਤੋਂ ਵੱਧ ਆਪਾਂ ਜ਼ਿਮੀਂਦਾਰਾਂ ਦਾ ਸਹਿਯੋਗ ਕਰਨਾ ਹੈ। ਇਹ ਸਾਡੀ ਬੇਨਤੀ ਵੀ ਆ ਸਾਰਿਆਂ ਨੂੰ। ਤੁਸੀਂ ਪਹਿਲਾਂ ਕਹਿ ਚੁੱਕੇ ਹੋ ਕਿ 70% ਮੋਦੀ ਇਸ ਕਾਲੇ ਕਾਨੂੰਨ ਨੂੰ ਵਾਪਸ ਨਹੀਂ ਲਏਗਾ, ਹਨਾ। ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਜਲਾਸ ਬੁਲਾ ਰਹੇ ਨੇ। ਤੀਸਰੇ ਪਾਸੇ ਸੰਘਰਸ਼ ਹਾਲੇ ਵੀ ਚੱਲਦਾ ਪਿਆ। ਚੌਥੇ ਪਾਸੇ ਜੇਕਰ ਗੱਲ ਕੀਤੀ ਜਾਵੇ, ਦੋਨੋਂ ਪਾਸੇ ਕੋਈ ਹੀਲਾ ਨਹੀਂ ਨਿਕਲਦਾ, ਤਾਂ ਕਿਸਾਨ ਕਿੱਧਰ ਜਾਣਗੇ? ਕਿਸਾਨਾਂ ਨੂੰ ਤੁਹਾਨੂੰ ਦੱਸ ਦਿੱਤਾ ਵੀ ਆਪ ਚੋਣਾਂ ਲੜਨ, ਚੋਣਾਂ ਨੇੜੇ ਨੇ, ਤਿਆਰੀ ਕਰਨ। ਜੇ ਚੋਣਾਂ ਵੀ ਨਹੀਂ ਲੜਦੇ ਫਿਰ ਕੀ ਕਰਨ? ਨਹੀਂ, ਚੋਣਾਂ ਲੜਨੀਆਂ ਪੈਣਗੀਆਂ ਉਹਨਾਂ ਨੂੰ, ਹੋਰ ਕੋਈ ਹੱਲ ਹੈ ਨਹੀਂਗਾ। ਫਿਰ ਨਹੀਂ ਚੋਣਾਂ ਲੜਦੇ, ਫਿਰ ਦੂਜੇ ਲੋਟ ਹਥਿਆਰ ਚੱਕਣੇ ਪੈਣਗੇ। ਪਹਿਲਾਂ ਪੰਜਾਬ 'ਚ ਬੜਾ ਨੁਕਸਾਨ ਹੋ ਗਿਆ, ਕੰਟਰੀਵਰਸੀ ਦੇ ਵਿੱਚ ਨੁਕਸਾਨ ਜ਼ਿਆਦਾ ਹੋ ਜਾਂਦਾ ਨਾ, ਇਸ ਕਰਕੇ ਚੋਣਾਂ ਲੜਨ ਕਿਸਾਨ ਆਪ। ਜੇਕਰ ਗੱਲ ਕੀਤੀ ਜਾਵੇ, ਜਿੱਥੇ ਪੰਜਾਬੀ ਕਲਾਕਾਰ ਆਏ ਨੇ, ਉੱਥੇ ਤਿੰਨੇ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਵੀ, ਆਮ ਆਦਮੀ ਪਾਰਟੀ ਵੀ, ਕਾਂਗਰਸ ਪਾਰਟੀ ਵੀ ਇਸੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ। ਉਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਉਹ ਚੋਣਾਂ ਕਰਕੇ ਸਾਰੇ ਇੱਕ ਦੂਜੇ ਦੇ ਉਤਰੇ ਹੋਏ ਨੇ, ਜਾਂ ਵਾਕਈ ਹਿਤੈਸ਼ੀ ਕਿਸਾਨ, ਹਿਤੈਸ਼ੀ ਪਾਰਟੀਆਂ ਨੇ? 90% ਤਾਂ 2022 ਕਰਕੇ ਉਤਰੇ ਹੋਏ ਨੇ, ਚੋਣਾਂ ਕਰਕੇ ਉਤਰੇ ਹੋਏ ਨੇ 90% ਤਾਂ। 10% ਸਾਰੇ ਲੀਡਰ ਮਾੜੇ ਵੀ ਨਹੀਂ ਹੁੰਦੇ, 10% ਹੈਗੇ ਨੇ ਜਿਨ੍ਹਾਂ ਨੂੰ ਦਰਦ ਹੈ ਸੱਚੇ ਦਿਲੋਂ ਕਿਸਾਨਾਂ ਨਾਲ ਉਤਰੇ ਹੋਏ। ਨਵਜੋਤ ਸਿੰਘ ਸਿੱਧੂ ਬਾਰੇ ਕੀ ਕਹੋਗੇ? ਨਵਜੋਤ ਸਿੰਘ ਸਿੱਧੂ ਬੜਾ ਚੰਗਾ ਬੰਦਾ ਹੈ। ਨਵਜੋਤ ਸਿੰਘ ਸਿੱਧੂ ਥੋੜਾ ਜਿਹਾ ਲੋਕਾਂ 'ਚ ਵਿਚਰੇ, ਪੰਜਾਬ ਦੇ ਵਿੱਚ ਉਹਨੂੰ ਵਿਚਰਨਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਬੜੇ ਬੇਬਾਕ ਨੇ, ਲਾਈਕ ਦੈਟ ਅਨਕੰਟਰੋਲਡ ਮਜਾਇਲ ਨੇ ਨਵਜੋਤ ਸਿੰਘ ਸਿੱਧੂ। ਇਹ ਨਹੀਂ ਪਤਾ ਉਹ ਕਿੱਥੇ ਬਲਾਸਟ ਕਰ ਦੇਣ, ਤੇ ਬੜੇ ਚੰਗੇ ਨੇ ਨੇਚਰ ਦੇ ਵਿੱਚ। ਮੋਗਾ ਦੇ ਵਿੱਚ ਆਏ ਸੀ, ਇੱਕੋ ਦਿਨ ਆਏ ਸੀ, ਬੋਲ ਕੇ ਗਏ ਨੇ, ਤੇ ਅਗਲੇ ਦਿਨ ਸਾਨੂੰ ਧਰਨੇ 'ਚ ਦਿਖੇ ਵੀ ਨਹੀਂ ਹੈ। ਨਹੀਂ, ਉਹਨਾਂ ਨੂੰ ਵਿਚਰਨਾ ਚਾਹੀਦਾ ਲੋਕਾਂ ਦੇ ਵਿੱਚ। ਉਹ ਥੋੜਾ ਵਿਚਰਦੇ ਘੱਟ ਨੇ, ਪਰ ਕਰਤਾਰਪੁਰ ਦਾ ਲਾਂਘਾ ਵੀ ਤਾਂ ਉਹਨਾਂ ਦਾ ਯੋਗਦਾਨ ਹੈ, ਉਹਨਾਂ ਨੇ ਖਲਵਾਇਆ। ਬੜੇ ਅੱਛੇ ਨੇ ਨਵਜੋਤ ਸਿੰਘ ਸਿੱਧੂ। ਹਾਂਜੀ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਸੰਗਤ ਆਉਂਦੀ ਹੈ, ਅਸੀਂ ਦਸਵੰਧ ਕੱਢਦੇ ਹਾਂ, ਸਾਡਾ ਇਨਕਮ ਸੋਰਸ ਹੁੰਦਾ ਹੈ। ਬਾਬਿਆਂ ਦਾ ਇਨਕਮ ਸੋਰਸ ਕੀ ਹੁੰਦਾ ਹੈ? ਦੇਖੋ, ਜੋ ਸੰਗਤ ਦੇ ਦਿੰਦੀ ਹੈ ਉਹੀ ਹੈ ਇਨਕਮ ਸੋਰਸ। ਸੰਗਤ ਕੋਲ ਕਹਿੰਦੇ ਕਿ ਗਰੀਬ ਦੀ ਜਿਹੜੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦੀ ਹੈ, ਹਨਾ। ਸੋ ਜੇਕਰ ਗੱਲ ਕੀਤੀ ਜਾਵੇ, ਸੰਗਤ ਦਾ ਪੈਸਾ ਸੰਗਤ ਕੋਲ ਜਾਵੇ ਤਾਂ ਚੰਗੀ ਗੱਲ ਹੁੰਦੀ ਹੈ। ਕਈ ਵਾਰ ਬਾਬੇ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਘੁੰਮਦੇ ਫਿਰਦੇ ਨੇ। ਹਾਂ, ਇੱਕ ਵਾਰ ਆਪਾਂ ਪਹਿਲਾਂ ਵੀ ਇੰਟਰਵਿਊ ਕਰੀ ਸੀ। ਮਤਲਬ ਕਿ ਅੱਜ ਤੁਸੀਂ ਵਿਸ਼ੇਸ਼ ਕਰਕੇ ਬਾਬਿਆਂ ਨੂੰ ਬੜਾ ਲੰਮਾ ਪਾ ਰਹੇ ਹੋ ਤੇ ਕਦੇ ਤੁਸੀਂ ਕਲਾਕਾਰਾਂ ਨੂੰ ਵੀ ਇਹ ਸਵਾਲ ਕਰ ਲਿਆ ਕਰੋ। ਕਰਦੇ ਆ ਸਵਾਲ, ਸਭ ਦੇ ਲਈ ਬਰਾਬਰ ਹੁੰਦਾ ਹੈ। ਕੀ ਬਾਬੇ ਗੰਦੇ ਗੀਤ ਤਾਂ ਨਹੀਂ ਨਾ ਗਾਉਂਦੇ? ਕੋਈ ਵੀ ਪ੍ਰਚਾਰਕ ਹੈ ਉਹ ਗੰਦੇ ਗੀਤ ਤਾਂ ਨਹੀਂ ਨਾ ਗਾਉਂਦਾ, ਗੱਲ ਤਾਂ ਗੁਰਬਾਣੀ ਦੀ ਉਹ ਕਰਦਾ ਹੈ। ਜੇ ਕੋਈ ਗੰਦੇ ਗੀਤ ਗਾਉਣ ਵਾਸਤੇ ਜਾਂ ਲੀਡਰਾਂ ਨੂੰ ਵੀ ਸਵਾਲ ਕਰ ਲਿਆ ਕਰੋ
ਇਹ ਤਾਂ ਮਤਲਬ ਜੋ ਕੋਈ ਸੰਗਤ ਦਿੰਦੀ ਹੈ ਜਿਹੇ ਜਿਹੇ, ਕਿਉਂਕਿ ਸਾਧਨਾ ਤੋਂ ਬਿਨਾਂ ਨਹੀਂ ਸਰਦਾ। ਚੰਗੇ ਸਾਧਨ ਨਹੀਂ ਹੋਣਗੇ ਤਾਂ ਦੀਵਾਨਾਂ ਦੇ ਵਿੱਚ ਪਹੁੰਚਣਾ ਮੁਸ਼ਕਲ ਹੈ। ਹੁਣ ਸਾਡੇ ਕੋਲੇ ਖੁਦ ਅਸੀਂ ਮਤਲਬ ਇਹ ਨਹੀਂ ਕੋਈ 8-10 ਲੱਖ ਤੋਂ ਵੱਧ ਗੱਡੀ ਲਈ ਹੋਵੇ, ਨਾ ਸਾਨੂੰ ਕੋਈ ਹੈ, ਜਿੰਨੀ ਕੁ ਸੰਗਤ ਦਿੰਦੀ ਆ ਉਹਦੇ ਹਿਸਾਬ ਨਾਲ। ਪਰ ਮਤਲਬ ਹਰ ਇੱਕ ਬੰਦੇ ਨੂੰ ਸਾਧਨ ਤੇ ਦੀਵਾਨਾਂ 'ਚ ਪਹੁੰਚਣ ਵਾਸਤੇ ਗੁਰਮਤ ਦੇ ਪ੍ਰਚਾਰ ਲਈ ਜ਼ਰੂਰੀ ਨੇ ਸਾਧਨ। ਜੇ ਕੋਈ ਆਪਣੀ ਐਸ਼ ਪ੍ਰਸਤੀ ਲਈ ਵਰਤਦਾ, ਦੇਖੋ ਗਲਤ ਗੱਲ ਹੈ। ਪਰ ਇਹ ਸਵਾਲ ਕਲਾਕਾਰਾਂ ਨੂੰ, ਗੰਦੇ ਗੀਤ ਗਾਉਣ ਵਾਲਿਆਂ ਨੂੰ ਵੀ ਕਰਿਆ ਕਰੋ ਨਾ। ਆ ਜਿਹੜੇ ਫਿਲਮਾਂ ਬਣਾਉਂਦੇ ਨੇਗੇ, ਕਿੰਨਾ ਗੰਦ ਪਾਉਂਦੇ ਨੇ, ਉਹਨਾਂ ਨੂੰ ਵੀ ਇਹ ਸਵਾਲ ਕਰਿਆ ਕਰੋ ਨਾ। ਉਹ ਕਈ ਕਰੋੜ ਦੀਆਂ ਲਈ ਫਿਰਦੇ ਨੇ। ਕੋਈ ਬਾਬਾ ਇਸ ਤਰ੍ਹਾਂ, ਕੋਈ ਕਹਿਣ ਤੋਂ ਭਾਵ ਕੋਈ ਗੰਦੇ ਗੀਤ ਤਾਂ ਨਹੀਂ ਸਟੇਜ ਤੋਂ ਗਾਉਂਦਾ, ਜਾਂ ਕੋਈ ਵੀ ਪ੍ਰਚਾਰਕ ਹੈ, ਚਾਹੇ ਕੋਈ ਮਿਸ਼ਨਰੀ ਪ੍ਰਚਾਰਕ ਹੈ, ਗੱਲ ਤਾਂ ਗੁਰੂ ਦੀ ਕਰਦਾ ਨਾ। ਹਾਂਜੀ, ਉਹਨਾਂ ਨੂੰ ਵੀ ਪੁੱਛਿਆ ਕਰੋ ਨਾ, ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਿਲਣ ਵਾਸਤੇ ਕਮਾਦਾਂ 'ਚ ਬੁਲਾਉਂਦੇ ਆ, ਇਦਾਂ ਦੇ ਗੰਦੇ ਗੀਤ ਗਾਉਂਦੇ ਆ, ਕਿ ਕੀ ਉਹਨਾਂ ਲਈ ਠੀਕ ਨੇ ਇਹ ਗੱਲਾਂ? ਇਸ ਕਰਕੇ ਇਕੱਲਾ ਬਾਬਿਆਂ ਤੇ ਨਹੀਂ ਇਸ ਗੱਲ ਦਾ ਤਵਾ ਲਾਉਣਾ, ਪ੍ਰਚਾਰਕਾਂ ਤੇ ਵੀ ਤਵਾ ਲਾਉਣਾ। ਮੈਂ ਤਵਾ ਨਹੀਂ ਲਾ ਰਹੀ ਤੁਹਾਡੇ ਤੇ, ਜਾਂ ਬਾਬਿਆਂ ਤੇ ਤਵਾ ਨਹੀਂ ਲਾ ਰਹੀ। ਇੱਕ ਜੋ ਰਿਐਲਿਟੀ ਅਸੀਂ ਦੇਖਦੇ ਆ ਰਹੇ ਹਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ, ਜਿੰਨੀ ਕਿ ਮੇਰੀ ਉਮਰ ਹੈ, ਇਸ ਦੌਰਾਨ ਅਸੀਂ ਜੋ ਦੇਖਿਆ ਹੈ ਉਸ ਅਨੁਭਵ ਨੂੰ, ਕਿਉਂਕਿ ਤੁਸੀਂ ਵੱਡੇ ਵੀ ਹੋ, ਸਤਿਕਾਰਯੋਗ ਵੀ ਹੋ, ਤੁਹਾਡੇ ਤੋਂ ਜਵਾਬ ਮੰਗਣੇ ਸਾਡਾ ਫਰਜ਼ ਜ਼ਰੂਰ ਬਣਦਾ ਹੈ। ਕਿਉਂਕਿ ਬਹੁਤ ਸਾਰੇ ਜੇ ਮੇਰੇ ਵਰਗੇ ਹੋਣਗੇ ਉਹ ਵੀ ਜਵਾਬ ਮੰਗਦੇ ਹੋਣਗੇ ਕਿ ਬਾਬੇ ਤੇ ਵੱਡੀਆਂ ਗੱਡੀਆਂ ਤੇ ਘੁੰਮਦੇ ਨੇ। ਜਿੱਦਾਂ ਬੱਬੂ ਮਾਨ ਹੋਰਾਂ ਨੇ ਵੀ ਇੱਕ ਗਾਣਾ ਕੱਢਿਆ ਸੀ ਕਿ ਬਾਬੇ ਨੇ ਲਾਲ ਬੱਤੀ ਲਵਾ ਲਈ। ਸੋ ਇਸੇ ਕਰਕੇ ਲਾਲ ਬੱਤੀਆਂ ਵਾਲੇ ਬਾਬੇ ਹੋ ਗਏ ਨੇ। ਹੁਣ ਤਾਂ ਖੈਰ ਉਹ ਨਹੀਂ ਲਾਲ ਬੱਤੀਆਂ ਲਾਉਂਦੇ ਕੋਈ ਵੀ, ਤੇ ਵੱਡੀਆਂ ਗੱਡੀਆਂ 'ਚ ਘੁੰਮਦੇ ਨੇ। ਪਰ ਉਹ ਬਾਬੇ ਅੱਜ ਫਿਰ, ਜੇਕਰ ਮੈਂ ਪਹਿਲਾਂ ਵੀ ਗੱਲ ਕਹੀ ਸੀ, ਫਿਰ ਕਹਿੰਦੀ ਹਾਂ ਕਿ ਇੱਦਾਂ ਦੇ ਮੁੱਦਿਆਂ ਤੇ ਕਿਉਂ ਨਹੀਂ ਬੋਲਦੇ, ਉਦੋਂ ਸ਼ਾਂਤ ਕਿਉਂ ਰਹਿੰਦੇ ਨੇ। ਧਾਰਮਿਕ ਦੀਵਾਨਾਂ ਤੇ ਜਾ ਕੇ ਲੀਡਰਾਂ ਦੇ ਖਿਲਾਫ ਬਹੁਤ ਬੋਲਿਆ ਜਾਂਦਾ ਹੈ, ਜਾਂ ਸਾਨੂੰ ਸਿੱਖ ਧਰਮ ਦੇ ਨਾਲ ਜੋੜਿਆ ਜਾਂਦਾ, ਗੁਰਮਤ ਪ੍ਰਚਾਰ ਦੇ ਨਾਲ ਜੋੜਿਆ ਜਾਂਦਾ। ਕਿਸਾਨੀ ਦੇ ਮੁੱਦਿਆਂ ਤੇ ਕਦੇ ਸਟੇਜ ਤੋਂ ਕਿਉਂ ਨਹੀਂ ਗੱਲ ਕਰਦੇ ਹੈਗੇ? ਦੇਖੋ ਜੀ, ਅਸੀਂ ਹੁਣ ਆਪਣੀ ਗੱਲ ਕਰ ਰਹੇ ਹਾਂ, ਹਰ ਬੰਦਾ ਆਪਣੀ ਗਰੰਟੀ ਲੈ ਸਕਦਾ ਹੈ। ਕਿੰਨੀਆਂ ਇੰਟਰਵਿਊਆਂ ਇਸ ਮੁੱਦੇ ਤੇ ਕਰੀਆਂ ਨੇ, ਆੜੇ ਹੱਥੀਂ ਲਿਆ ਪੂਰਾ ਬੀਜੇਪੀ ਨੂੰ, ਜਦ ਕਿ ਬੀਜੇਪੀ ਦੇ ਸਾਰੇ ਲੀਡਰ ਸਾਡੇ ਕੋਲੇ ਆਉਂਦੇ ਨੇ। ਪਰ ਜੋ ਸੱਚ ਹੈ ਉਹ ਅਸੀਂ ਕਿਹਾ, ਬੇਸ਼ੱਕ ਅੱਜ ਤੋਂ ਬਾਅਦ ਉਹ ਨਾ ਆਉਣ, ਸਾਨੂੰ ਕੋਈ ਲੋੜ ਨਹੀਂ, ਅਸੀਂ ਕਿਸਾਨਾਂ ਨਾਲ ਆ। ਤੁਹਾਨੂੰ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਵੀ ਬਹੁਤ ਸਾਰੇ ਸੰਤ ਮਹਾਤਮਾ ਅਸੀਂ ਲੰਗਰ ਵਰਤਾਉਂਦੇ ਧਰਨਿਆਂ 'ਚ ਦੇਖੇ ਨੇ। ਬਸ ਇੰਨਾ ਉਹ ਮੀਡੀਆ ਨੇ ਨਹੀਂ, ਉਹਨਾਂ ਨੂੰ ਉਹ ਆਏ। ਕਲਾਕਾਰਾਂ ਨੂੰ ਥੋੜਾ ਮੀਡੀਆ ਜ਼ਿਆਦਾ TRP ਦੇ ਮਾਰੇ ਲੈਂਦੇ ਨੇ। ਪਰ ਅਸੀਂ ਉਹਨਾਂ ਕਲਾਕਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਕਲਾਕਾਰ ਧਰਨਿਆਂ 'ਚ ਆਏ ਨੇ, ਗਰਾਊਂਡ ਲੈਵਲ ਤੇ ਜੁੜੇ ਨੇਗੇ। ਸੋ ਇਸ ਕਰਕੇ ਕੱਲਾ ਬਾਬਿਆਂ ਨੂੰ ਨਾ ਗੱਡੀਆਂ ਦੇ ਸਵਾਲ ਪੁੱਛਿਆ ਕਰੋ, ਉਹਨਾਂ ਨੂੰ ਵੀ ਪੁੱਛ ਲਿਆ ਕਰੋ। ਜਿਹੜੇ ਜਿੰਨਾ ਵੱਧ ਗੰਦ ਪਾਉਂਦੇ ਨੇ ਉਨੀ ਵੱਡੀ ਗੱਡੀ ਹੁੰਦੀ ਹੈ, ਉਹਨਾਂ ਨੂੰ ਵੀ ਪੁੱਛਿਆ ਕਰੋ। ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਕਿਹਾ ਕਰਦੇ, ਜੇ ਗੁਰਮਤ ਦੇ ਪ੍ਰਚਾਰ ਲਈ ਜਹਾਜ਼ ਵੀ ਹੋਵੇ ਤਾਂ ਉਹ ਵੀ ਛੋਟੀ ਗੱਲ ਹੈ, ਪਰ ਗੁਰਮਤ ਦੇ ਪ੍ਰਚਾਰ ਲਈ ਹੀ ਵਰਤਿਆ ਜਾਵੇ। ਇਹ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਜਿਹੜੇ 13ਵੇਂ ਮੁਖੀ ਸੀ ਦਮਦਮੀ ਟਕਸਾਲ ਦੇ, ਇਹ ਉਹਨਾਂ ਦਾ ਬਚਨ ਸੀਗਾ। ਸੋ ਇਸ ਕਰਕੇ ਗੁਰਮਤ ਦਾ ਪ੍ਰਚਾਰ ਜਿੰਨਾ ਹੈ ਉਹ ਤੇਜ਼ ਜਿੰਨਾ ਕੀਤਾ ਜਾ ਸਕੇ ਉਨਾ ਥੋੜ੍ਹਾ ਹੈਗਾ। ਸੋ ਇਸ ਕਰਕੇ ਇਹੀ ਸਾਡਾ ਤਾਂ ਸਾਰਾ ਜੋ ਤੁਹਾਨੂੰ ਦੱਸਿਆ ਵੀ ਕਿਸਾਨਾਂ ਨਾਲ ਡਟ ਕੇ ਖੜੇ ਹਾਂ ਤੇ ਖੜਾਂਗੇ ਵੀ ਜੀ। ਹਾਂ, ਸੋ ਬਾਬਾ ਜੀ, ਤੁਸੀਂ ਅੱਜ ਕਿਸਾਨੀ ਦੇ ਮੁੱਦੇ ਤੇ ਬੜਾ ਬੇਬਾਕੀ ਦੇ ਨਾਲ ਬੋਲਿਆ। ਮੋਦੀ ਸਰਕਾਰ ਨੂੰ ਵੀ ਚੰਗਾ ਤੁਸੀਂ ਘੇਰ ਲਿਆ ਹੈਗਾ। ਸੋ ਆਸ ਤਾਂ ਇਹੀ ਕਰਦੇ ਹਾਂ ਕਿ ਮੋਦੀ ਝੁਕੇ ਤਾਂ ਜ਼ਰੂਰ ਚੰਗੀ ਗੱਲ ਹੈ, ਕਿਉਂਕਿ ਸਾਡੇ ਕਿਸਾਨ ਅੱਜ ਰੇਲ ਪਟੜੀਆਂ ਤੇ ਮੌਜੂਦ ਨੇ, ਸੜਕਾਂ ਤੇ ਮੌਜੂਦ ਨੇ, ਟੋਲ ਪਲਾਜ਼ੇ ਘੇਰੇ ਹੋਏ ਨੇ, ਪੈਟਰੋਲ ਪੰਪ ਤੱਕ ਬੰਦ ਕੀਤੇ ਹੋਏ ਨੇ। ਤੇ ਨਾਲ ਦੀ ਨਾਲ ਜੇਕਰ ਛੇਤੀ ਹੱਲ ਹੋਏਗਾ ਤਾਂ ਛੇਤੀ ਜਿਹੜੇ ਅੱਜ ਬਜ਼ੁਰਗ ਸਾਡੇ ਕਿਸਾਨ ਨੇ, ਜਿਨ੍ਹਾਂ ਦੀ ਉਮਰ ਘਰ ਦੇ ਵਿੱਚ ਬੈਠ ਕੇ ਖਾਣ ਵਾਲੀ ਹੈ, ਉਹ ਫਿਰ ਤੋਂ ਵਾਪਸ ਘਰਾਂ ਦੇ ਜਾ ਕੇ ਚੈਨ ਦੀ ਰੋਟੀ ਖਾ ਸਕਣ ਤੇ ਚੈਨ ਦਾ ਸੌਂ ਵੀ ਸਕਣ। ਆ ਧਰਨੇ ਪ੍ਰਦਰਸ਼ਨ ਛੇਤੀ ਖਤਮ ਹੋ ਜਾਣ। ਹਾਂਜੀ, ਸਾਡੀ ਇਹੀ ਅਰਦਾਸ ਹੈ ਜੀ, ਸੱਚੇ ਪਾਤਸ਼ਾਹ ਕਿਸਾਨਾਂ ਨੂੰ ਇਨਸਾਫ ਮਿਲੇ। ਤੇ ਸੰਤ ਮਹਾਤਮਾ ਨੂੰ ਵੀ ਕਹਾਂਗੇ ਵੀ ਲੰਗਰ ਨਾਲ ਸਹਿਯੋਗ ਦੇ ਸਕਦੇ ਹੋ, ਜਿੱਦਾਂ ਵੀ ਤੁਸੀਂ ਸਹਿਯੋਗ ਦੇ ਸਕਦੇ ਹੋ ਸਹਿਯੋਗ ਦਿਓ, ਕਿਉਂਕਿ ਸਾਰੇ ਨਹੀਂ ਮਾੜੇ ਹੋਇਆ ਕਰਦੇ। ਪੰਜ ਉਂਗਲਾਂ ਇਕਸਾਰ ਨਹੀਂ ਹੁੰਦੀਆਂ, ਸਾਰੇ ਕਲਾਕਾਰ ਨਹੀਂ ਮਾੜੇ, ਸਾਰੇ ਸੰਤ ਮਹਾਤਮਾ ਨਹੀਂ ਮਾੜੇ, ਸਾਰੇ ਮੀਡੀਆ ਵਾਲੇ ਨਹੀਂ ਮਾੜੇ। ਹਰ ਮਹਿਕਮੇ 'ਚ ਥੋੜੇ ਬੰਦੇ ਆ ਜਾਂਦੇ ਨੇ, ਮੀਡੀਆ 'ਚ ਵੀ ਆ ਜਾਂਦੇ ਨੇ ਜਿਹੜੇ ਪੀਲੀ ਪੱਤਰਕਾਰੀ ਕਰਦੇ ਨੇ, ਹਰ ਮਹਿਕਮੇ 'ਚ ਹੁੰਦੇ ਨੇ, ਪਰ ਸਾਰੇ ਨਹੀਂ ਮਾੜੇ ਹੁੰਦੇ। ਸਾਡੀ ਅਰਦਾਸ ਹੈ ਕਿਸਾਨਾਂ ਨੂੰ ਇਨਸਾਫ ਮਿਲੇ। ਅਕਾਲ ਪੁਰਖ ਵਾਹਿਗੁਰੂ ਉਸ ਮੋਦੀ ਨੂੰ ਕੋਈ ਅਕਲ ਦਿਓ, ਕੋਈ ਸਮੱਤ ਦਿਓ। ਤਪੋਂ ਰਾਜ ਕੀਤਾ, ਕੋਈ ਤਪ ਕੀਤਾ ਸੀ, ਰਾਜ ਮਿਲ ਗਿਆ। ਹੁਣ ਰਾਜੋਂ ਨਰਕ ਵਾਲੀਆਂ ਗੱਲਾਂ ਕਰ ਰਿਹਾ, ਨਰਕ 'ਚ ਡਿੱਗਣ ਵਾਲੀਆਂ ਗੱਲਾਂ ਕਰ ਰਿਹਾ। ਇਹ ਉਹ ਬਹਾਦਰ ਪੰਜਾਬੀ ਨੇ ਜਿਨ੍ਹਾਂ ਨੇ ਲੰਡਨ 'ਚ ਜਾ ਕੇ ਬਦਲਾ ਲਿਆ। ਦਿੱਲੀ ਕੋਈ ਬਹੁਤੀ ਦੂਰ ਨਹੀਂ। ਦੇਸ਼ ਦੇ ਜੇ ਹਾਲਾਤ ਪੈਦਾ ਖਰਾਬ ਹੋਏ ਤਾਂ ਮੋਦੀ ਹੀ ਜ਼ਿੰਮੇਵਾਰ ਹੋਵੇਗਾ। ਇਹ ਦੇਸ਼ ਵਿੱਚ ਅੱਤਵਾਦ ਫੈਲਾ ਰਿਹਾ ਹੈ, ਇਹ ਜ਼ਿੰਮੇਵਾਰ ਹੋਵੇਗਾ। ਜੇ ਦੇਸ਼ ਦੇ ਆਜ਼ਾਦ ਹਾਲਾਤ ਖਰਾਬ ਹੋਏ ਦੈਨ BJP ਵਿਲ ਬੀ ਰਿਸਪੌਂਸੀਬਲ ਫਾਰ ਦੈਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਬਿਲਕੁਲ ਜੀ, ਇਹ ਸਨ ਸਾਡੇ ਨਾਲ ਬਾਬਾ ਸੁਰਜੀਤ ਸਿੰਘ ਜੀ ਘਨੁੜਕੀ ਵਾਲੇ, ਜੋ ਕਿ ਅੱਜ ਸਾਡੇ ਵਿਹੜੇ ਪਹੁੰਚੇ ਹੋਏ ਸਨ ਤੇ ਅੱਜ ਇਹਨਾਂ ਨੇ ਮੋਦੀ ਸਰਕਾਰ ਤੇ ਤਿੱਖੇ ਜਿਹੜੇ ਤੰਜ ਵੀ ਕੱਸੇ ਨੇ ਤੇ ਨਾਲ ਦੀ ਨਾਲ ਇਹ ਵੀ ਅਰਦਾਸ ਕੀਤੀ ਹੈ ਵਾਹਿਗੁਰੂ ਦੇ ਅੱਗੇ ਕਿ ਵਾਕਈ ਹੀ ਜਿਹੜੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਛੇਤੀ ਖਤਮ ਹੋਵੇ, ਇਹ ਕਾਲੇ ਕਾਨੂੰਨ ਜਿਹੜੇ ਰੱਦ ਹੋ ਜਾਣ। ਇਸੇ ਤਰ੍ਹਾਂ ਅਸੀਂ ਫਿਰ ਤੋਂ ਤੁਹਾਡੇ ਨਾਲ ਹੋਰ ਕਿਸੇ ਦੀ ਮੁਲਾਕਾਤ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਲਗਾਤਾਰ ਜਿਹੜੇ ਕਿਸਾਨੀ ਦੇ ਮੁੱਦੇ ਨੇ ਤੇ ਹੋਰ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਬੇਬਾਕੀ ਦੇ ਨਾਲ ਉਠਾਉਂਦੇ ਰਵਾਂਗੇ। ਹੁਣ ਤੁਹਾਡੇ ਤੋਂ ਮੈਂ ਮਨਦੀਪ ਕੌਰ ਸੰਧੂ ਲਵਾਂਗੀ ਆਗਿਆ। ਸਤਿ ਸ਼੍ਰੀ ਅਕਾਲ।